ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਾਈ ਸੰਦੀਪ ਸਿੰਘ ਨਾਲ ਗੱਲਬਾਤ ਕਰਾਂਗੇ, ਜਿਹੜੇ ਭਾਈ ਸ਼ੁਰੂ ਤੋਂ ਕਿਸਾਨ ਅੰਦੋਲਨ ਦੇ ਨਾਲ ਜੁੜੇ ਆ ਤੇ ਮੇਰੇ ਖਿਆਲ ਜਦੋਂ ਵੀ ਮੋਰਚਾ ਸ਼ੁਰੂ ਹੋਇਆ ਦਿੱਲੀ ਦੇ ਬਾਰਡਰਾਂ 'ਚ ਉਦੋਂ ਦੇ ਨਾਲ ਹੀ ਆ। ਜੇ ਮੇਰੀ ਆਵਾਜ਼ ਠੀਕ ਆ ਰਹੀ ਹੈ ਤਾਂ ਪਲੀਜ਼ ਦੱਸ ਦਿਓ ਵੀ ਆ ਰਹੀ ਹੈ ਠੀਕ। ਟੈਸਟਿੰਗ ਹੁਣ ਕਰ ਲੈਂਦੇ ਆ ਤੇ ਲੱਗ ਗਿਆ ਪਤਾ ਵੀ ਆਵਾਜ਼ ਠੀਕ ਹੈ ਕਿ ਨਹੀਂ। ਤੇ ਸੰਦੀਪ ਸਿੰਘ ਵੀ ਹੁਣ ਸਾਨੂੰ ਜੁਆਇਨ ਕਰੂਗੇ, ਫਿਰ ਉਹਨਾਂ ਨਾਲ ਅਸੀਂ ਦੋਨੇ ਹੀ ਗੱਲਬਾਤ ਕਰਦੇ ਹਾਂ ਭਾਈ ਕੀ ਅਪਡੇਟ ਆ ਕਿਸਾਨ ਦੇ ਮੋਰਚੇ ਤੋਂ। ਸੋ ਮੇਰੀ ਆਵਾਜ਼ ਆ ਰਹੀ ਠੀਕ ਠਾਕ? ਹਾਂਜੀ ਜੇ ਤੇ ਦੱਸ ਦਿਓ ਬਈ ਹਾਂਜੀ ਜੇ ਮੇਰੀ ਆਵਾਜ਼ ਠੀਕ ਆ ਰਹੀ ਹੈ ਕਿ ਨਹੀਂ ਜੀ, ਹਾਂ ਜਾਂ ਨਾ। ਓਕੇ ਬ੍ਰਿਲੀਅੰਟ, ਥੈਂਕ ਯੂ। ਸੋ ਬਸ ਹੁਣ ਅਸੀਂ ਭਾਈ ਉੱਥੇ ਸੰਦੀਪ ਸਿੰਘ ਨੂੰ ਉਡੀਕਦੇ ਹਾਂ ਭਈ ਕੀ ਹੋ ਰਿਹਾ ਆ ਕਿਸਾਨ ਅੰਦੋਲਨ ਤੇ ਅਪਡੇਟ ਜਿਹੜੀ ਸੀਗੀ ਸਪੈਸ਼ਲੀ ਅੱਜ ਕੱਲ੍ਹ ਕੀ ਲੋੜ ਆ, ਕੀ ਮੌਸਮ ਦਾ ਕੀ ਫਰਕ ਪੈ ਰਿਹਾ ਆ, ਹੋਰ ਵੀ ਜਿਹੜੀਆਂ ਪਈ ਚੀਜ਼ਾਂ ਜਿਹੜੀਆਂ ਪਈ ਸਾਨੂੰ ਡਿਸਕਸ਼ਨ ਕਰਨੀਆਂ ਤੇ ਨਾਲ ਹੀ ਨਾਲ ਜਿਹੜਾ ਵੀ ਦੀਪ ਸਿੱਧੂ ਦੀ ਜਿਹੜੀ ਬੇਲ ਦੀ ਗੱਲ ਉਹ ਵੀ ਕਰਨੀ ਆ। ਸੋ ਮੈਂ ਬਸ ਵੇਟ ਕਰਦਾ ਭਾਈ ਸਾਹਿਬ ਨੂੰ ਜੁਆਇਨ ਕਰਨ ਦੀ ਤੇ ਮੈਂ ਫਿਰ ਇੱਕ ਨੋਟ ਬਣਾ ਲੈਂਦੇ ਇੱਥੇ ਨਾਲ ਲਈ। ਓਕੇ ਸੋ ਅਸੀਂ ਸੰਦੀਪ ਹੁਣਾਂ ਦੀ ਵੇਟ ਕਰਦੇ ਹਾਂ ਭਈ ਸੰਦੀਪ ਜੀ ਤੁਸੀਂ ਜੁਆਇਨ ਕਰ ਲਓ ਸਾਨੂੰ। ਤਾਂ ਤੁਹਾਡੇ ਕੋਲ ਇੱਕ ਆਪਸ਼ਨ ਵੀ ਹੋਣਾ ਰਿਕੁਐਸਟ ਦਾ, ਫਿਰ ਰਿਕੁਐਸਟ ਭੇਜਣੀ ਆ ਨਾਲ ਜੁਆਇਨ ਕਰਨ ਨੂੰ, ਤੁਸੀਂ ਉਹ ਵੀ ਰਿਕੁਐਸਟ ਮੈਨੂੰ ਭੇਜ ਦਿਓ। ਓਕੇ ਓਕੇ ਮਿਸਟਰ ਸੰਦੀਪ ਸਿੰਘ ਬਸ ਤੁਹਾਨੂੰ ਉਡੀਕਦੇ ਹੁਣ ਤੇ ਨਾਲ ਨਾਲ ਤੁਸੀਂ ਫਿਰ ਸਾਨੂੰ ਜੁਆਇਨ ਕਰਨਾ। ਬਾਕੀ ਅਸੀਂ ਦੇਖਦੇ ਵੀ ਕਿੱਥੇ, ਇੱਕ ਮਿੰਟ। ਸੌਰੀ ਇੱਕ ਮਿੰਟ ਮਾੜਾ ਜਿਹਾ ਵੇਟ ਕਰਦੇ ਵੀ ਸੰਦੀਪ ਹੁਣਾਂ ਦੀ। ਕਿੱਧਰ ਗਏ ਸੰਦੀਪ ਹੁਣੀ? ਸੰਦੀਪ ਸਿੰਘ are you there? ਕਿੱਥੇ ਗਏ ਸੰਦੀਪ ਜੀ? ਸੰਦੀਪ ਸਿੰਘ ਤੁਸੀਂ ਰਿਕੁਐਸਟ ਭੇਜ ਦਿਓ ਨਾਲ ਜੁਆਇਨ ਕਰਨ ਦੀ, ਤਾਂ ਫਿਰ ਮੈਂ ਤੁਹਾਨੂੰ ਜੁਆਇਨ ਕਰ ਦਿੰਦਾ ਨਾਲ। I think we're having problem ਸੰਦੀਪ ਸਿੰਘ ਦੇ ਜੁਆਇਨ ਕਰਨ ਦਾ। ਸੰਦੀਪ ਸਿੰਘ are you there? सॉरी गाइस एक मिनट वेट कर लो ਤੇ ਬਸ ਦੇਖੀਏ ਵੀ ਸੰਦੀਪ ਨੂੰ ਜੁਆਇਨ ਕਰਦਾ ਕਿ ਨਹੀਂ। ਮਿਸਟਰ ਸੰਦੀਪ ਸਿੰਘ ਜੇ ਹੈਗਾ ਤੇ ਜੁਆਇਨ ਕਰ ਲਓ ਤੇ ਇੱਕ ਮਿੰਟ ਹੋਰ ਵੇਟ ਕਰ ਲੈਂਦੇ ਆ, ਨਹੀਂ ਤਾਂ ਫਿਰ
ਅਸੀਂ ਆਪੇ ਹੀ ਗੱਲਬਾਤ ਕਰ ਲੈਂਦੇ ਸੰਗਤ ਦੇ ਨਾਲ, ਜੇ ਨਹੀਂ ਗੱਲ ਬਣੀ। ਇੱਕ ਮਿੰਟ ਤੁਸੀਂ ਠਹਿਰ ਲਓ, ਇੱਕ ਮਿੰਟ। ਕਿੱਥੇ ਗਿਆ ਸੰਦੀਪ? I think ਸੰਦੀਪ ਸਿੰਘ ਕਿੱਥੇ ਗਿਆ? ਸੰਦੀਪ ਸਿੰਘ ਇੱਕ ਮਿੰਟ ਠਹਿਰਿਓ, ਇੱਕ ਮਿੰਟ ਠਹਿਰਿਓ। ਓਕੇ, ਸੰਦੀਪ ਸਿੰਘ ਨੂੰ ਮੁੜ ਕੇ ਮੈਸੇਜ ਭੇਜਦਾ ਫਿਰ ਮੈਂ। ਤਾਂ ਜੇ ਨਹੀਂ ਗੱਲ ਬਣੀ ਤਾਂ ਫਿਰ ਅਸੀਂ ਮੁੜ ਕੇ ਕਰਾਂਗੇ, ਅਸੀਂ ਆਪੇ ਗੱਲ ਕਰ ਲੈਂਦੇ ਆਪਸ ਵਿੱਚ। ਓਕੇ ਮਿਸਟਰ ਸੰਦੀਪ ਸਿੰਘ, ਜੇ ਤੁਸੀਂ ਜੁਆਇਨ ਕੀਤਾ, ਤੁਸੀਂ ਰਿਕੁਐਸਟ ਕਰੋ ਮੈਨੂੰ ਨਾਲ ਜੁਆਇਨ ਕਰਨ ਦੀ। ਯੂ ਕੈਨ ਰਿਕੁਐਸਟ ਟੂ ਜੁਆਇਨ ਮੀ ਔਨ ਦ ਲਾਈਵ। ਮੈਂ ਲੱਭ ਰਿਹਾ ਤੁਹਾਨੂੰ। ਹੈਲੋ ਸੰਦੀਪ ਸਿੰਘ ਜੀ, ਆਰ ਯੂ ਦੇਅਰ? ਓਕੇ, ਆਮ ਸਟਿਲ ਵੇਟਿੰਗ। ਇੱਕ ਮਿੰਟ ਹੋਰ ਵੇਟ ਕਰ ਲੈਂਦੇ, ਨਹੀਂ ਤਾਂ। ਓਕੇ, ਆਈ ਥਿੰਕ ਵੀ ਗॉट ਹਿਮ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਰਵੀ ਸਿੰਘ ਜੀ। ਸਤਿ ਸ਼੍ਰੀ ਅਕਾਲ ਸੰਦੀਪ ਸਿੰਘ, ਹਾਂਜੀ ਕਿੱਦਾਂ? ਹਾਂਜੀ 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 ਵੈਰੀ ਗੁੱਡ ਤੇ ਤੁਸੀਂ ਮਾਸਕ ਪਾਈਓ ਆ। ਵਿੱਚੋਂ ਫਰੀਜ਼ ਹੋ ਗਿਆ ਸੰਦੀਪ ਸਿੰਘ। ਮਿਸਟਰ ਸਿੰਘ ਵਿੱਚੋਂ ਫਰੀਜ਼ ਹੋ ਗਏ ਤੁਸੀਂ। ਚੰਗਾ ਹੋਇਆ ਸੰਦੀਪ ਸਿੰਘ ਨੇ ਮਾਸਕ ਪਾਈਓ ਆ, ਕਿਉਂਕਿ ਕੇਸ ਕਾਫੀ ਵੱਧ ਰਿਹਾ ਇੰਡੀਆ ਵਿੱਚ। ਸੋ ਆਪਣੀ ਦੇਖਭਾਲ ਕਰਨੀ ਬਹੁਤ ਜ਼ਰੂਰੀ ਆ। ਹੁਣ ਇੰਡੀਆ ਦੁਨੀਆ 'ਚ ਨੰਬਰ 2 ਹੋ ਗਿਆ ਮੇਰਾ ਖਿਆਲ ਕਰੋਨਾ ਵਾਇਰਸ ਦੇ ਵਿੱਚ। ਜਦ ਤੱਕ ਅਸੀਂ ਸੰਦੀਪ ਹੋਰਾਂ ਦੀ ਵੇਟ ਕਰਦੇ ਹਾਂ, ਉਡੀਕਦੇ ਹਾਂ, ਆਪਣੀ 2-3 ਗੱਲਾਂ ਕਰ ਲੈਂਦੇ ਹਾਂ। ਸੰਦੀਪ ਸਿੰਘ ਮੁੜ ਕੇ ਟਰਾਈ ਕਰਿਓ ਜੁਆਇਨ ਦੀ, ਬਿਕਾਜ਼ ਯੂ frozen, you become like an ice cream. ਸੋ ਮੁੜ ਕੇ ਰਿਕੁਐਸਟ ਭੇਜੀ ਸੰਦੀਪ ਸਿੰਘ ਨੂੰ ਮੈਂ। ਹੈਲੋ, ਹਾਂਜੀ। You froze. ਯਾ ਹੁਣ ਓਕੇ, ਇਜ਼ ਓਕੇ ਆਈ ਥਿੰਕ। Okay. Sandeep Singh, good to you wear mask. ਤੁਸੀਂ ਮਾਸਕ ਪਾਈ ਉਹਨੂੰ ਵਧੀਆ ਆ। ਥੈਂਕਸ। ਹਾਂ, ਮਤਲਬ ਡਰ ਤੋਂ ਪਾਈ ਹੈ ਜੀ, ਕੋਵਿਡ ਬਹੁਤ ਜ਼ਿਆਦਾ ਇਸ ਵਾਰ ਜੋ ਹੋ ਗਿਆ। ਕੋਵਿਡ ਬਹੁਤ ਹੀ ਵੱਧ ਰਿਹਾ ਇੰਡੀਆ ਦੇ ਵਿੱਚ, ਨੰਬਰ 2 ਹੋ ਗਿਆ ਸਾਰੇ ਇੰਡੀਆ ਵਿੱਚ ਹੁਣ। ਜੀ ਜੀ ਜੀ, ਦਿੱਲੀ 'ਚ 25-26 ਹਜ਼ਾਰ ਦੇ ਕਰੀਬ ਕੇਸ ਆ ਰਹੇ ਆ। ਇਹ ਬਹੁਤ ਜ਼ਰੂਰੀ ਆ ਭਈ ਅਸੀਂ ਪਰਸਨਲ ਰਿਸਪੌਂਸਿਬਿਲਿਟੀ ਲਈਏ। ਜੀ ਜੀ, ਬਿਲਕੁਲ। ਥੈਂਕ ਯੂ, ਤੁਸੀਂ ਜੁਆਇਨ ਕੀਤਾ। ਪਹਿਲਾਂ ਤਾਂ ਮੈਂ ਕਹਿਣਾ ਥੈਂਕਸ ਫॉर ਇਨਵਾਈਟਿੰਗ ਮੀ। ਭਈ ਸਾਡੀ ਪਹਿਲਾਂ ਵੀ 3-4 ਮਹੀਨੇ ਪਹਿਲਾਂ ਗੱਲ ਹੋਈ ਸੀ, ਜਦੋਂ ਤੁਹਾਨੂੰ ਕੋਈ ਘੱਟ ਹੀ ਜਾਣਦਾ ਸੀਗਾ। ਹੁਣ ਤਾਂ ਤੁਸੀਂ ਬਹੁਤ ਤੁਹਾਡੀ ਰਿਪੋਰਟਿੰਗ ਇਜ਼ always top level with the other few reports, and a lot of people trust your reporting. So it's good to see that ਭਈ ਤੁਸੀਂ ਲੱਗੇ ਹੋ, ਡਟ ਕੇ ਲੱਗੇ ਹੋ ਆ। ਭਈ ਜੇ ਤੁਸੀਂ ਪਿਛਲੇ ਦਸੰਬਰ ਤੋਂ ਲਾ ਕੇ ਅੱਜ ਤੱਕ how do you feel ਵੀ ਕਿੱਦਾਂ ਜਾ ਰਿਹਾ ਸਾਰਾ ਕੁਝ? ਬਹੁਤ ਵਧੀਆ ਚੱਲ ਰਿਹਾ, ਬਹੁਤ। 26 ਜਨਵਰੀ ਤੋਂ ਬਾਅਦ ਥੋੜਾ ਜਿਹਾ ਪ੍ਰੋਟੈਸਟ ਦੇ ਵਿੱਚ ਡਿਪ ਆਇਆ ਆ, ਤੇ ਮਤਲਬ ਉਸ ਲੈਵਲ ਤੇ ਨਹੀਂ ਹੈਗਾ ਜਿਹੜੇ ਲੈਵਲ ਤੇ ਪਹਿਲਾਂ ਦਾ, ਬਟ ਫਿਰ ਵੀ ਮੋਰਚਾ ਚੱਲੀ ਜਾ ਰਿਹਾ, ਲੋਕ ਡਟੇ ਹੋਏ ਆ, ਸੇਵਾਦਾਰ ਡਟੇ ਹੋਏ ਆ, ਬਟ ਪਹਿਲਾਂ ਵਾਲੇ ਲੈਵਲ ਤੇ ਨਹੀਂ ਹੈਗਾ। ਕਾਫੀ ਜਿਹੜਾ ਚੇਂਜ ਆ ਗਿਆ ਜੀ, ਉਹ ਐਕਸਾਈਟਮੈਂਟ ਨਹੀਂ ਹੈਗੀ, ਬਟ ਲੋਕ ਹਾਰਡ ਜਿਹੜੇ ਲੋਕ ਹੈਗੇ ਉਹ ਆਈ ਜਾਂਦੇ ਆ। ਡਿਊਟੀਆਂ ਵਾਲਾ ਕੰਮ ਹੋ ਗਿਆ ਕਿ ਹਫਤਾ ਲੱਗ ਗਿਆ ਤਾਂ ਦੂਜੇ ਲੋਕ ਆ ਗਏ ਹਫਤੇ ਤੋਂ ਬਾਅਦ, ਬਟ ਪਹਿਲਾਂ ਵਾਲਾ ਜਿਹੜਾ ਉਹ ਜੋਸ਼ ਹੁੰਦਾ ਆ ਤੇ ਉਹ ਨਹੀਂ ਹੈਗਾ ਹੁਣ। ਥੋੜਾ ਜਿਹਾ ਮਤਲਬ ਬਾਕੀ ਅੱਗੇ ਇਹਨਾਂ ਨੇ ਪਾਰਲੀਮੈਂਟ ਦੀ ਕਾਲ ਦਿੱਤੀ ਸੀ ਕਿ ਮੇ ਦੇ ਫਸਟ ਜਿਹੜਾ ਆ ਫੋਰਟਨਾਈਟ ਪਹਿਲੇ 15 ਦਿਨਾਂ ਦੇ ਵਿੱਚ ਜਾਵਾਂਗੇ ਅਸੀਂ ਪਾਰਲੀਮੈਂਟ ਵੱਲ, ਤੇ ਬਟ ਹੁਣ ਉੱਥੇ ਵੀ ਥੋੜਾ ਜਿਹਾ ਵਿਵਾਦ ਆ। ਤੇ ਥੋੜੇ ਦਿਨ ਪਹਿਲਾਂ ਇਹਨਾਂ ਦੀ 1-2 ਦਿਨ ਪਹਿਲਾਂ ਮੀਟਿੰਗ ਵੀ ਹੋਈ ਆ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ, ਟ੍ਰਿਬਿਊਨ ਦੀ ਵੀ ਇੱਕ ਖਬਰ ਆਈ ਆ, ਤੇ ਉਹਦੇ ਵਿੱਚ ਇਹ ਆ ਮਤਲਬ ਹੁਣ ਕਿਸਾਨ ਨੇਤਾਵਾਂ ਨੇ ਇਨਫੋਰਮਲੀ ਵੀ ਕਿਹਾ ਕਿ ਅਸੀਂ ਪੋਸਟਪੋਨ ਕਰ ਦੇਣਾ ਇਹਨੂੰ, ਤੇ ਕੁਛ ਤਾਂ ਇਹ ਵੀ ਕਹਿ ਰਹੇ ਕਿ ਸਸਪੈਂਡ ਕਰ ਦੇਣਾ। ਬਟ ਜਿਹੜੇ ਕੁਛ ਆ, ਇੱਕ ਖਾਸ ਰਾਜ ਆ ਉੱਥੇ ਦੇ ਜਿਹੜੇ ਕਿਸਾਨ ਨੇਤਾ ਆ, ਤੇ ਉਹਨਾਂ ਦਾ ਇਹ ਕਹਿਣਾ ਕਿ ਦਿੱਲੀ ਵੱਲ ਜਾਣਾ ਹੀ ਚਾਹੀਦਾ, ਇਹਨੂੰ ਪੋਸਟਪੋਨ ਨਹੀਂ ਕੀਤਾ ਜਾਣਾ ਚਾਹੀਦਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋਊਗਾ ਕਿ ਇਹਨੂੰ ਪੋਸਟਪੋਨ ਕਰਦੇ ਆ ਜਾਂ ਸਸਪੈਂਡ ਕਰਦੇ ਆ ਜਾਂ ਫਿਰ ਦਿੱਲੀ ਵੱਲ ਜਾਣਗੇ। ਤੇ ਕਿਆ ਸਾਰੇ ਕਿਸਾਨ ਨੇਤਾਵਾਂ ਦੀ ਇੱਕ ਮੁੱਦੇ ਤੇ ਸਹਿਮਤੀ ਬਣ ਸਕਦੀ ਆ ਕਿ ਅਸੀਂ ਜਿਹੜਾ ਇੱਕ ਐਕਸ਼ਨ ਲੈਣਾ ਹੈ ਉਹਦੇ ਤੇ।
ਮਤਲਬ ਕਰਨਾ ਕੀ ਆ, ਵਾਟ ਇਜ਼ ਨੈਕਸਟ? ਆਈ ਥਿੰਕ ਜਿਹੜੇ ਬਾਹਰਲੇ ਬੰਦੇ ਸਾਡੇ ਵਰਗੇ ਬੈਠੇ ਆ, ਮੈਨੂੰ ਆਪ ਲੱਗਦਾ, ਕਿਉਂਕਿ ਤੁਸੀਂ ਤਾਂ ਰਿਪੋਰਟਰ ਆ, ਯੋਰ ਵਿਊਜ਼ ਆ ਯੋਰ ਓਨ ਵਿਊਜ਼, ਮਾਈ ਵਿਊਜ਼ ਆ ਮੇਰੇ ਆਪਣੇ ਵਿਊ ਆ, ਭਈ ਮਰਜੀ ਸਟੇਲਮੇਟ ਆ ਕਈ, ਇਹਦਾ ਮਤਲਬ ਭਈ ਕੋਈ ਚੀਜ਼ ਹੋ ਨਹੀਂ ਰਹੀ, ਇੱਕ ਥਾਂ ਤੇ ਬਸ ਅਸੀਂ ਖੜੇ ਆ, ਨਾ ਮੋਹਰੇ ਨਾ ਪਿੱਛੇ। ਇਹਦਾ ਸੌਰੀ ਸਰ, ਆਈ ਥਿੰਕ ਵੀ ਲੋਸਟ ਸੰਦੀਪ ਸਿੰਘ, ਸੋ ਮੁੜ ਕੇ ਮੈਂ ਫੇਰ ਭੇਜਦਾ ਸੰਦੀਪ ਨੂੰ। ਸੋ ਆਈ ਥਿੰਕ ਇੱਕ ਮੈਂ ਉਹੀ ਗੱਲ ਕਰਦਾ ਸੀ ਸੰਦੀਪ ਹੋਣਾ ਨਾਲ, ਭਈ ਨਾ ਗੱਲ ਮੋਹਰੇ ਜਾ ਰਹੀ ਨਾ ਪਿੱਛੇ, ਤੇ ਮੜ ਜਿਹਾ ਮੋਮੈਂਟਮ ਘੱਟ ਹੋਇਆ ਆ ਜਿਹੜਾ ਭਈ ਅੰਦੋਲਨ ਦਾ। ਸੰਦੀਪ ਹੁਣੀ ਮੜ ਜਾ ਕਨੈਕਸ਼ਨ ਮਰਜੀ ਪ੍ਰੋਬਲਮ ਹੋਣੀ, ਉਹਨੇ ਇੱਕ ਬਹੁਤ ਜ਼ਰੂਰੀ ਬਹੁਤ ਵਧੀਆ ਗੱਲ ਕੀਤੀ ਆ ਭਈ ਸੌਰੀ ਇੱਕ ਬਹੁਤ ਜ਼ਰੂਰੀ ਗੱਲ ਕੀਤੀ ਆ ਭਈ, ਸੂਚਨਾ ਦਿੱਤੀ ਸਾਨੂੰ ਭਈ ਉਹ ਮੋਮੈਂਟਮ ਸੇਮ ਨਹੀਂਗਾ। 26 ਜਨਵਰੀ ਤੋਂ ਮੋਮੈਂਟਮ ਥੋੜ੍ਹਾ ਜਿਹਾ ਘਟਿਆ ਆ, ਉਹਦਾ ਸਾਰਾ ਚੜ੍ਹਦੀ ਕਲਾ, ਸੇਵਾਦਾਰ ਚੜ੍ਹਦੀ ਕਲਾ, ਪਿਆਰ ਚੜ੍ਹਦੀ ਕਲਾ, ਹੋਰ ਸਭ ਕੁਝ ਜਾ ਰਿਹਾ, ਪਰ ਮੋਮੈਂਟਮ ਦਾ ਡਿਫਰੈਂਸ ਹੋ ਰਿਹਾ। ਤੇ ਮੈਂ ਵੇਟ ਕਰ ਰਿਹਾ ਭਈ ਸੰਦੀਪ ਸਿੰਘ ਸਾਨੂੰ ਸ਼ਾਇਦ ਜੁਆਇਨ ਕਰ ਸਕੇ। ਸੋ ਤੁਸੀਂ ਪਿਛਲੇ ਜਿਹੜੇ ਨਾਲ ਜੁੜੇ ਹੋ ਅੰਦੋਲਨ, ਅਸੀਂ ਵੀ ਨਾਲ ਜੁੜੇ ਹੋ ਭਈ, ਇਹਦੇ ਵਿੱਚ ਬਹੁਤ ਜ਼ਰੂਰੀ ਗੱਲ ਆ, ਮੈਂ ਪਹਿਲਾਂ ਵੀ 100 ਵਾਰੀ ਕਿਹਾ, ਹੁਣ ਵੀ ਕਹਿਣਾ, ਇਹਦਾ ਮਤਲਬ ਨਹੀਂ ਕਿ ਅਸੀਂ ਜੇ ਕਿਸੇ ਜਾਂ ਲੀਡਰਸ਼ਿਪ ਹੋਵੇ ਜਾਂ ਕੋਈ ਬੰਦਾ ਹੋਵੇ ਜਿਹਨਾਂ ਅਸੀਂ ਨਹੀਂ ਸਹਿਮਤ ਤੇ ਅਸੀਂ ਮੂਵਮੈਂਟ ਨਾਲ ਸ਼ਾਮਿਲ ਨਾ ਹੋਈਏ, ਇਹ ਗਲਤ ਆ, ਕਿਉਂਕਿ ਅਸੀਂ ਸਾਰੇ ਅੰਦੋਲਨ ਨਾਲ ਜੁੜੇ ਹੋ, ਸਾਰੇ ਚਾਹੁੰਦੇ ਵੀ ਅੰਦੋਲਨ ਕਾਮਯਾਬ ਹੋਵੇ। ਪਰ ਇਹਦੇ ਵਿੱਚ ਜਿਹੜੇ ਸਾਡੇ ਵਿਊਜ਼ ਆ, ਪਰਸਨਲ ਵਿਊਜ਼ ਆ, ਮੇਰੇ ਇਹ ਵਿਊਜ਼ ਆ ਭਈ ਕੁਛ ਨਾ ਕੁਛ ਐਕਸ਼ਨ ਤਾਂ ਹੋਣਾ ਚਾਹੀਦਾ। ਜੇ ਇੱਕ ਥਾਂ ਬੈਠੇ ਰਹੇ ਉੱਥੇ, ਸੰਦੀਪ ਸਿੰਘ ਜੀ ਸੌਰੀ, ਆਈ ਗੋਟ ਯੂ ਬੈਕ ਅਗੇਨ, ਮੈਂ ਉਹੀ ਗੱਲ ਕਰਦਾ ਸੀ, ਮੈਂ ਕਿਹਾ ਸਟੇਲਮੇਟ ਇਹ ਆ, ਕਿਉਂਕਿ ਜਿਹੜਾ ਅੰਦੋਲਨ ਆ ਨਾ ਪ੍ਰੋਗਰੈਸਿਵਲੀ ਮੋਹਰੇ ਕੋਈ ਐਕਸ਼ਨ ਜਾ ਰਿਹਾ, ਨਾ ਕੋਈ ਪਿੱਛੇ, ਇੱਕ ਥਾਂ ਜਿੱਦਾਂ ਇੱਕ ਥਾਂ ਦੀ ਖੜਾ ਆ। ਹਾਂਜੀ, ਜਿਹੜਾ ਪ੍ਰੋਟੈਸਟ ਆ ਇੱਕ ਤਰ੍ਹਾਂ ਦਾ ਮਤਲਬ ਸਟੱਕ ਜਿਹਾ ਹੈਗਾ ਨਾ, ਗਵਰਨਮੈਂਟ ਦੇ ਨਾਲ ਗੱਲਬਾਤ ਚੱਲ ਰਹੀ ਹੈ, ਗਵਰਨਮੈਂਟ ਜਿਹੜੀ ਬਿਜ਼ੀ ਆ, ਉਹ ਤਾਂ ਇਲੈਕਸ਼ਨ ਪਰ ਕੰਪੇਨ ਦੇ ਵਿੱਚ ਬਿਜ਼ੀ ਆ ਸਾਰੇ, ਕੋਵਿਡ ਆ ਗਿਆ ਤੇ ਉਹਨਾਂ ਦਾ ਸਾਰਾ ਧਿਆਨ ਉੱਧਰ ਲੱਗਿਆ ਹੋਇਆ ਆ। ਤੇ ਬਾਕੀ 32 ਜਥੇਬੰਦੀਆਂ, ਚਲੋ ਏਕਾ ਤਾਂ ਹੈਗਾ ਆ, ਹੋਰ ਸਟੇਟਾਂ ਦੀਆਂ ਵੀ ਜਿਹੜੀਆਂ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ ਬਹੁਤ ਵੱਡਾ ਜਿਹੜਾ ਇਹਨਾਂ ਦਾ ਗਰੁੱਪ ਹੈਗਾ ਆ, ਉਹਦੇ ਵਿੱਚ ਵੀ ਸਾਰਿਆਂ ਦਾ ਇੱਕ ਜਿਹੜਾ ਆ ਮੁੱਦੇ ਤੇ, ਇੱਕ ਜਿਹੜਾ ਆ ਇੱਕ ਐਕਸ਼ਨ ਦੇ ਉੱਤੇ ਸਹਿਮਤੀ ਬਣਾਉਣਾ ਵੀ ਇਹਨਾਂ ਦੇ ਲਈ ਔਖਾ, ਪਹਿਲਾਂ ਇਹਨਾਂ ਨੇ ਬਣਾਈ ਆ ਤੇ ਬਟ ਹੁਣ ਦੇਖਦੇ ਆ ਕਿ ਕਿੱਦਾਂ ਆਉਣੇ ਵਾਲੇ ਦੇ ਟਾਈਮ ਦੇ ਵਿੱਚ ਹੋਊਗਾ, ਕਿਉਂਕਿ ਕਾਫੀ ਜਿਹੜੀ ਆ ਗਰਮਾ ਗਰਮੀ ਬਹਿਸ ਹੋਈ ਹੈ, ਜਿਹੜੀਆਂ ਪਹਿਲਾਂ ਮੀਟਿੰਗ ਹੋਈ ਆ ਤੇ ਟ੍ਰਿਬਿਊਨ ਵੀ ਇਹ ਲਿਖਦਾ ਆ ਤੇ ਹੋਈ ਵੀ ਆ, ਤੇ ਅਸੀਂ ਆਪਣੇ ਕੰਨਾਂ ਨਾਲ ਵੀ ਸੁਣੀ ਆ ਤੇ ਕਿ ਕਾਫੀ ਉਹ ਹੱਲਾ ਹੁੰਦਾ, ਕਹਿੰਦੇ ਕਿ ਇੱਦਾਂ ਹੀ ਹੁੰਦੀਆਂ ਆ। ਬਟ ਹੁਣ ਆਉਣੇ ਵਾਲੇ ਦਿਨਾਂ 'ਚ ਦੇਖਣਾ ਪਊਗਾ ਕਿ ਮਤਲਬ ਸਾਰਿਆਂ ਦੀ ਇੱਕ ਰੈਪ ਬਣਦੀ ਆ ਕਿ ਅੱਗੇ ਐਕਸ਼ਨ ਕਿਆ ਲੈਣਾ। ਹੁਣ ਜਿਵੇਂ ਕਿਹਾ ਜਾ ਰਿਹਾ ਕਿ ਪਾਰਲੀਮੈਂਟ ਵੱਲ ਕੂਚ ਕਰਨ ਦਾ ਇਹਨਾਂ ਦਾ ਪਲਾਨ ਤਾਂ, ਤੇ ਹੁਣ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਸਸਪੈਂਡ ਕਰ ਦੋ, ਪੋਸਟਪੋਨ ਕਰਨ ਦੀਆਂ ਗੱਲਾਂ ਹੋ ਰਹੀਆਂ, ਸਸਪੈਂਡ ਤੱਕ ਦੀ ਗੱਲ ਆਈ ਆ। ਤੇ ਇੱਕ ਕਿਸਾਨ ਨੇਤਾ ਇਨਫੋਰਮਲੀ ਦਾ ਇਹ ਕਹਿ ਰਿਹਾ ਕਿ ਇਦਾਂ ਨਹੀਂ ਕਰਨਾ ਚਾਹੀਦਾ, ਹਰਿਆਣਾ ਦਾ ਕਿਸਾਨ ਨੇਤਾ। ਤੇ ਬਟ ਆਉਣੇ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਕਲੀਅਰ ਹੋਊਗਾ ਵੀ ਕੀ ਕਰਨਾ ਆ। ਉਹੀ ਮੈਂ ਕਹਿੰਦਾ ਕਿ ਇਦਾਂ ਜੇ ਕੋਈ ਐਕਸ਼ਨ ਪਲਾਨ ਹੈ ਨਹੀਂਗਾ, ਕੋਈ ਤੁਸੀਂ ਮੋਹਰੇ ਜਾ ਕੇ ਕੋਈ ਕਹਿ ਲਓ, ਜਿੱਦਾਂ ਹਰ ਹੁੰਦਾ ਮੈਂ ਦੁਨੀਆ 'ਚ ਦੇਖੀ ਦਾ ਪ੍ਰੋਟੈਸਟ, ਕੋਈ ਨਾ ਕੋਈ ਉਹਦੇ ਵਿੱਚ ਡਿਸਟਰਪਸ਼ਨ ਹੁੰਦੀ ਜਾਂ ਇਨਕਨਵੀਨੀਅੰਸ ਹੁੰਦਾ ਗਵਰਨਮੈਂਟ ਨੂੰ ਹੋਵੇ, ਜਿਹਦੇ ਖਿਲਾਫ ਤੁਸੀਂ ਕਰ ਰਹੇ ਆ। ਇਸ ਵੇਲੇ ਤਾਂ ਗਵਰਨਮੈਂਟ ਨੂੰ ਮੇਰਾ ਖਿਆਲ ਕੋਈ ਇਨਕਨਵੀਨੀਅੰਸ ਨਹੀਂ ਆ, ਕੋਈ ਡਿਸਟਰਪਸ਼ਨ ਨਹੀਂ। ਤੁਸੀਂ ਇੱਕ ਥਾਂ ਤੇ ਅੰਦੋਲਨ, ਉਹ ਆਪਣਾ ਕੰਮ ਕਰੀ ਜਾਂਦੇ ਆ, ਕੋਈ ਗਵਰਨਮੈਂਟ ਤੋਂ ਕੋਈ ਫਰਕ ਨਹੀਂ ਪੈ ਰਿਹਾ ਨਾ। ਹਾਂ, ਕਿਤੇ ਨਾ ਕਿਤੇ ਗਵਰਨਮੈਂਟ ਨੂੰ ਲੱਗਦਾ ਵੀ ਜਿਹੜਾ ਕੰਮ ਆ ਉਹ ਠੰਡਾ ਪੈ ਗਿਆ ਹੈ, ਸਰਕਾਰ ਨੂੰ ਇਹ ਲੱਗਦਾ। ਬਟ ਥੋੜੇ ਟਾਈਮ ਪਹਿਲਾਂ, 2 ਦਿਨ ਪਹਿਲਾਂ ਦੀ ਦੈਨਿਕ ਜਾਗਰਣ ਦੇ ਵਿੱਚ ਇੱਕ ਰਿਪੋਰਟ ਵੀ ਆਈ ਸੀ ਕਿ ਸਰਕਾਰ ਨੇ ਆਪਰੇਸ਼ਨ ਕਲੀਨ ਚਲਾਉਣ ਦਾ ਪਲਾਨ ਬਣਾਇਆ, ਕਿ ਪਹਿਲਾਂ ਰਿਕੁਐਸਟ ਕਰਾਂਗੇ ਕਿਸਾਨਾਂ ਨੂੰ ਕਿ ਤੁਸੀਂ ਆਪਣੇ ਘਰਾਂ ਨੂੰ ਚਲ ਜਾਓ, ਤੇ ਜੇ ਨਹੀਂ ਉਹਨਾਂ ਨੇ ਰਿਕੁਐਸਟ ਮੰਨੀ ਪਿਆਰ ਨਾਲ, ਫਿਰ ਜਿਹੜੀ ਆ ਕਾਰਵਾਈ ਕਰਾਂਗੇ, ਫਿਰ ਉਹਨਾਂ ਨੂੰ ਜ਼ਬਰਦਸਤੀ ਇੱਥੋਂ ਖਦੇੜਿਆ ਜਾਊਗਾ। ਤੇ ਇਹ ਵੀ ਕਿਹਾ ਗਿਆ ਕਿ ਏਰੀਅਲ ਸਰਵੇ, ਜਿਹੜਾ ਹਵਾਈ ਸਰਵੇਖਣ ਕਰਵਾਇਆ ਗਿਆ। ਹਾਲਾਂਕਿ ਬਹੁਤੇ ਲੋਕਾਂ ਨੇ, ਜਿਹੜੇ ਪੰਜਾਬੀ ਆ, ਉਹਨਾਂ ਨੇ ਕਿਹਾ ਕਿ ਇਹ ਲੋਕਾਂ ਨੂੰ ਡਰਾਉਣ ਦਾ ਇੱਕ ਤਰੀਕਾ ਹੈ। ਬਟ ਸਰਕਾਰ ਨੂੰ ਵੀ ਪਤਾ ਹੈ ਕਿ ਮਤਲਬ ਪੰਜਾਬ ਜਾਂ ਹਰਿਆਣਾ ਵਾਲੇ ਲੋਕ ਆ ਜਿਹੜੇ ਜ਼ਿਆਦਾਤਰ ਇਹ ਮਾਰਸ਼ਲ ਕੌਮ ਆ, ਲੜਾਕੂਆਂ ਦੀ ਕੌਮ ਆ, ਇਹ ਡਰਨੇ ਵਾਲੇ ਤਾਂ ਵੈਸੇ ਹੈ ਨਹੀਂ ਗੇ। ਤੇ ਬਟ ਸਰਕਾਰ ਦੇ ਵੱਲੋਂ ਹਾਲੇ ਤੱਕ ਨਾ ਕੋਈ ਗੱਲਬਾਤ ਦਾ ਹੁਣ ਪ੍ਰਪੋਜ਼ਲ ਆਇਆ ਆ। ਇੱਦਾਂ ਵੀ ਕਿਹਾ ਜਾ ਰਿਹਾ ਕਿ ਜਿਹੜਾ ਇਲੈਕਸ਼ਨ ਜਿਹੜਾ ਹੋ ਰਿਹਾ ਹੁਣ 4-5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਿਹਾ, ਉਹਨਾਂ ਦੇ ਰਿਜ਼ਲਟਸ ਤੋਂ ਬਾਅਦ ਪਤਾ ਲੱਗੂਗਾ ਕਿ ਸਰਕਾਰ ਗੱਲ ਕਰੂਗੀ ਜਾਂ ਨਹੀਂ ਕਰੂਗੀ। ਬਟ ਉਹ ਹੁਣ ਆਉਣੇ ਵਾਲੇ ਟਾਈਮ ਦੇ ਵਿੱਚ ਚੀਜ਼ਾਂ ਕਲੀਅਰ ਹੋਣਗੀਆਂ। ਬਟ ਹਾਲੇ ਤੱਕ ਕੋਈ ਵੀ ਜਿਹੜੀ ਸਥਿਤੀ ਆ ਉਹ ਸਪਸ਼ਟ ਸਾਫ਼ ਨਹੀਂ ਦਿਖਦੀ ਹੈਗੀ ਵੀ ਕੀ ਹੋਊਗਾ, ਮਤਲਬ ਸਟੱਕ ਜਿਹਾ ਹੈਗਾ ਕੰਮ। ਹਾਂਜੀ, ਉਹਦੇ ਵਿੱਚ ਉਹੀ ਗੱਲ ਆ ਭਈ, ਜਦ ਤੱਕ ਕੋਈ ਐਕਸ਼ਨ ਨਹੀਂ ਪਤਾ ਲੱਗਦਾ, ਜਾਂ ਜੇ ਹੁਣ ਦਿੱਲੀ ਦੇ ਜਿਹੜਾ ਭਈ ਪਾਰਲੀਮੈਂਟ ਦੇ ਵਿੱਚ ਤੁਸੀਂ ਮਾਰਚ ਜਿਹੜਾ ਫਾਰਮਰਸ ਯੂਨੀਅਨ ਨੇ ਕਰਨਾ ਸੀ ਪਲਾਨ, ਜੋ ਵੀ ਗੱਲਬਾਤ ਹੋਣਾ ਵੀ ਕੈਂਸਲ ਕਰਨ ਦੀ, ਫਿਰ ਤਾਂ ਕੋਈ ਐਕਸ਼ਨ ਨਹੀਂ ਰਹਿ ਗਿਆ, ਫਿਰ ਤਾਂ ਗਵਰਨਮੈਂਟ ਨੂੰ ਕੋਈ ਫਰਕ ਨਹੀਂ ਪੈਣਾ। ਸੋ ਇੱਥੇ
ਅੰਦੋਲਨ ਤੇ ਕੰਡੀਸ਼ਨਸ ਕਿੱਦਾਂ ਇਸ ਵੇਲੇ, ਜਿੱਦਾਂ ਕਹਿ ਲਓ ਵੀ ਹੁਣ ਗਰਮੀ ਆ ਗਈ ਆ, ਹੁਣ ਗਰਮੀਆਂ ਆ ਗਈਆਂ, ਪਹਿਲਾਂ ਸਿਆਲ ਸੀਗਾ, ਹੁਣ ਕੀ ਕੰਡੀਸ਼ਨ ਤੇ ਕੀ ਲੋੜ ਆ ਮੇਨ? ਨਹੀਂ, ਗਰਮੀ ਤਾਂ ਬਹੁਤ ਜ਼ਿਆਦਾ ਹੈ, ਤੁਹਾਨੂੰ ਪਤਾ, ਮਤਲਬ 35-37 ਡਿਗਰੀ ਤੱਕ ਜਿਹੜਾ ਪਾਰਾ ਚੱਲ ਜਾਂਦਾ ਆ ਟੈਂਪਰੇਚਰ। ਤੇ ਬਟ ਬਹੁਤਿਆਂ ਨੇ ਜਿਹੜਾ ਇੰਤਜ਼ਾਮ ਤਾਂ ਹੋ ਗਿਆ, ਪੱਖੇ ਹੈਗੇ ਆ, ਕੂਲਰ ਹੈਗੇ ਆ, ਏਸੀ ਤੱਕ ਲੋਕਾਂ ਨੇ ਲਾਏ ਆ। ਬਟ ਦਿੱਕਤ ਇਹ ਹੈ ਨਾ ਕਿ ਮਤਲਬ ਕਈ ਵਾਰੀ ਲਾਈਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ, ਇਲੈਕਟ੍ਰਿਸਿਟੀ ਦੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ, ਕਈ ਵਾਰੀ ਲਾਈਟ ਚਲ ਜਾਂਦੀ ਆ ਤੇ ਮਤਲਬ ਗਰਮੀ ਬਹੁਤ ਜ਼ਿਆਦਾ, ਤੁਸੀਂ ਲਾਈਟ ਤੋਂ ਬਿਨਾਂ, ਇਲੈਕਟ੍ਰਿਸਿਟੀ ਤੋਂ ਬਿਨਾਂ ਨਹੀਂ ਰਹਿ ਸਕਦੇ। ਤੁਹਾਡਾ ਪੱਖਾ ਜਾਂ ਏਸੀ ਜਾਂ ਕੂਲਰ ਚੱਲਦੇ ਰਹਿਣੇ, ਤੇ ਜਿਨ੍ਹਾਂ ਦਾ ਏਸੀ ਆ ਉਹਨਾਂ ਨੂੰ ਚਲੋ ਫਾਇਦਾ ਆ, ਬਟ ਕੂਲਰ ਜਾਂ ਪੱਖੇ ਵਾਲਿਆਂ ਦੇ ਲਈ ਕਾਫੀ ਦਿੱਕਤ ਹੋ ਜਾਂਦੀ ਹੈ, ਕਿਉਂਕਿ ਗਰਮੀ ਬਹੁਤ ਆ, ਤਪਦਾ ਆ। ਰੋਡ ਦੇ ਉੱਪਰ ਬੈਠੇ ਆ, ਉੱਥੇ ਦਰਖਤ ਵੀ ਨਹੀਂ ਹੈਗੇ, ਤਾਂ ਬਹੁਤ ਜ਼ਿਆਦਾ ਜਿਹੜੀ ਸਮੱਸਿਆ ਆਉਂਦੀ ਹੈ। ਬਟ ਲੋਕ ਜਿਹੜਾ ਚੱਲ ਰਹੇ ਆ। ਬਟ ਬਾਕੀ ਹਾਂ, ਜਿਹੜੇ ਖਾਲਸਾ ਏਡ ਨੇ ਜਿਹੜੇ ਆਰਓ ਲਾਇਆ, ਪਾਣੀ ਵਾਲਾ ਵਾਟਰ ਚਿਲਿੰਗ ਪਲਾਂਟ ਲਾਇਆ, ਉਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਆ ਕਿ ਮਤਲਬ ਕਿਸੇ ਨੇ ਵੀ ਪਾਣੀ ਪੀਣਾ ਤਾਂ ਠੰਡਾ ਪਾਣੀ ਪੀਣ ਨੂੰ ਮਿਲ ਜਾਂਦਾ ਆ। ਕਿਉਂਕਿ ਤੇ ਕਾਫੀ ਚੀਜ਼ਾਂ ਜੀ, ਕਾਫੀ ਜਥੇਬੰਦੀਆਂ ਹੁਣ ਕਾਫੀ ਚੰਗਾ ਸੰਬੰਧ ਕਰ ਰਹੇ ਆ, ਪਰ ਔਖਾ ਹੋਣਾ। ਹਾਂਜੀ ਹਾਂਜੀ, ਵਾਟ ਅਬਾਊਟ, ਕਿਉਂਕਿ ਜਦੋਂ ਅਸੀਂ ਦੇਖਿਆ ਦੁਨੀਆ ਦੇ ਵਿੱਚ, ਜਦੋਂ ਕਾਫੀ ਲੋਕ ਇਕੱਠੇ ਹੁੰਦੇ, ਰਿਫਿਊਜੀ ਕੈਂਪ ਹੋ ਗਏ ਜਾਂ ਕੋਈ ਪ੍ਰੋਟੈਸਟ ਹੋ ਗਿਆ, ਇੰਨੀ ਗਰਮੀ ਵਿੱਚ ਜਿਹੜੀ ਸੈਨੀਟੇਸ਼ਨ ਬਹੁਤ ਇੰਪੋਰਟੈਂਟ ਹੁੰਦੀ ਆ, ਕਿਉਂਕਿ ਬਿਮਾਰੀਆਂ ਇੱਕਦਮ ਫੈਲ ਸਕਦੀਆਂ। ਸੈਨੀਟੇਸ਼ਨ ਕੋਈ ਲੋੜ ਹੈਗੀ ਹੋਰ ਜਾਂ ਠੀਕ ਆ? ਜੀ, ਸੈਨੀਟੇਸ਼ਨ ਦੀ ਸੁਵਿਧਾ ਤਾਂ ਹੈਗੀ ਆ ਹੁਣ, ਕਿਉਂਕਿ ਲੋਕ ਘਟ ਗਏ ਆ। ਸੈਨੀਟੇਸ਼ਨ ਦੀਆਂ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਹੁਣ, ਤਾਂ ਟਾਇਲਟਸ ਪ੍ਰੋਪਰਲੀ ਇਹਨਾਂ ਨੇ ਆਪਣੇ ਆਪ ਜਿਹੜੀਆਂ ਸੈਟਅਪ ਕਰਤੀਆਂ, ਬਣਾਈਆਂ, ਕੰਸਟਰਕਟ ਕੀਤੀਆਂ ਆ। ਤੇ ਕਈ ਜਿਹੜੇ ਲੰਗਰ ਆ ਕਈਆਂ ਨੇ, ਉਹਨਾਂ ਨੇ ਆਪਣੀਆਂ ਬਣਾ ਲਈਆਂ। ਤੇ ਪਹਿਲਾਂ ਦੇ ਨਾਲੋਂ, ਪਹਿਲਾਂ ਦਿਨ ਦੇ ਮੁਕਾਬਲੇ ਹੁਣ ਤਾਂ ਬਹੁਤ ਜ਼ਿਆਦਾ ਜਿਹੜੀ ਆ ਉਹ ਹੈਗਾ, ਕਿਉਂਕਿ ਹੁਣ ਲੋਕ ਵੀ ਘੱਟ ਆ ਤੇ ਕੋਈ ਜ਼ਿਆਦਾ ਭੀੜ ਨਹੀਂ ਪੈਂਦੀ ਹੈਗੀ। ਪਹਿਲਾਂ ਤਾਂ ਮਤਲਬ ਤੁਹਾਨੂੰ ਰਹਿਣ ਲਈ ਜਗ੍ਹਾ ਨਹੀਂ ਮਿਲਦੀ ਸੀ, ਲੰਗਰ ਦੇ ਵਿੱਚ ਬਹਿਣ ਲਈ ਜਗ੍ਹਾ ਨਹੀਂ ਮਿਲਦੀ ਸੀ, ਤੇ ਟਾਇਲਟਸ ਦੇ ਮੂਹਰੇ ਜਿਹੜੀਆਂ ਥੋੜੀਆਂ ਬਹੁਤੀਆਂ ਹੈਗੀਆਂ, ਉਹਨਾਂ ਦੇ ਮੂਹਰੇ ਲਾਈਨ ਲੱਗ ਜਾਂਦੀ ਸੀ, ਜਾਂ ਤੁਹਾਨੂੰ ਖੁੱਲੇ ਆ ਉੱਧਰ ਜਾ ਰਹੇ ਆ ਲੋਕ। ਤੇ ਬਟ ਹੁਣ ਤਾਂ ਜਦੋਂ ਲੋਕ ਹੀ ਘੱਟ ਆ, ਤੇ ਫਿਰ ਹੁਣ ਮਤਲਬ ਆਰਾਮ ਨਾਲ ਸਾਰਾ ਕੁਝ ਹੋ ਜਾਂਦਾ ਹੈ। ਵਧੀਆ ਵਧੀਆ। ਅੱਛਾ, ਜਿਹੜੀ ਅਸੀਂ ਕੱਲ ਵੀ 2 ਤਰ੍ਹਾਂ ਦੇਖੀਆਂ, ਕੱਲ ਪਰਸੋਂ ਵੀ, ਭਾਈ ਦੀਪ ਸਿੱਧੂ ਨੂੰ ਪਹਿਲਾਂ ਛੱਡ ਦਿੱਤਾ, ਫਿਰ ਫੜ ਲਿਆ ਜੀ ਜੀ। ਇਹਦੇ ਵਿੱਚ ਮੈਂ ਕਈ ਵਾਰੀ ਇਦਾਂ ਦੇ ਕੇਸ ਦੇਖੇ ਆ, ਜਿਹੜੇ ਪੰਜਾਬ ਵੀ ਦੇਖੇ, ਜਿਹੜੇ ਭਾਈ ਸਿੰਘ ਜੇਲ੍ਹਾਂ ਵਿੱਚ ਆ, ਜਦੋਂ ਕੇਸ ਚ ਰਾਜੀ ਹੁੰਦੇ, ਜਦੋਂ ਭਾਈ ਕੋਰਟ ਚ ਨਿਕਲਦੇ ਉਹਨੂੰ ਫੇਰ ਫੜ ਲੈਂਦੇ ਆ ਜੀ। ਇਹ ਇੱਕ ਤਰ੍ਹਾਂ ਦੀ ਹੈਰੈਸਮੈਂਟ ਆ। ਹੁਣ ਕੀ ਹੋਊਗਾ ਦੀਪ ਸਿੱਧੂ ਦਾ? ਹਾਂ, ਜਿਹੜੀ ਸਰਕਾਰ ਆ, ਸਰਕਾਰ ਦਾ ਆਪਣੇ ਆਬਜੈਕਟਿਵ ਆ, ਉਹਨਾਂ ਨੇ ਜਿਹੜਾ ਕੁਝ ਕਰਨਾ ਆ ਉਹਨੇ ਕਰੇ ਲੈਣਾ। ਤੇ ਮਤਲਬ ਦੀਪ ਸਿੱਧੂ ਕੱਲਾ ਨਹੀਂ ਹੈਗਾ ਵੀ ਜਿਹਦੇ ਨਾਲ ਏਦਾਂ ਹੋ ਰਿਹਾ। ਪਹਿਲਾਂ ਤੁਸੀਂ ਮਤਲਬ ਜੱਗੀ ਜੌਲ ਦਾ ਕੇਸ ਦੇਖ ਲਓ, ਉਹਨਾਂ ਦੀ ਜ਼ਮਾਨਤ ਹੋਈ ਹੈ ਥੋੜੇ ਦਿਨ ਪਹਿਲਾਂ, 3-4 ਦਿਨ ਪਹਿਲਾਂ, ਤੇ ਹਜੇ ਵੀ ਉਹਨਾਂ ਦੇ 7-8 ਕੇਸ ਪਏ ਆ ਜਿਨ੍ਹਾਂ ਵਿੱਚ ਹਜੇ ਜ਼ਮਾਨਤ ਨਹੀਂ ਹੋਈ। ਤੇ ਏਦਾਂ ਦੀਪ ਸਿੱਧੂ ਦਾ ਮਤਲਬ ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਜਿੱਥੇ ਤੱਕ ਮੈਂ ਪੜ੍ਹਿਆ, ਕਿ FIR ਨੰਬਰ 96 ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋਈ ਆ। ਤੇ ਜਿਹੜਾ ਜੱਜ ਦਾ ਉਹਨੇ ਦੋਨਾਂ ਸਾਈਡਾਂ ਨੂੰ ਸੁਣਿਆ, ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰੋਸੀਕਿਊਸ਼ਨ ਦਾ ਕੇਸ ਆ, ਪ੍ਰੋਸੀਕਿਊਸ਼ਨ ਕਹਿ ਰਹੀ ਹੈ ਕਿ ਦੀਪ ਸਿੱਧੂ ਆ ਜਿਹੜੇ ਐਵੀਡੈਂਸ ਨੂੰ ਟੈਂਪਰ ਕਰੂਗਾ, ਬਟ ਜਿਹੜਾ ਪ੍ਰੋਸੀਕਿਊਸ਼ਨ ਦਾ ਕੇਸ ਆ, ਉਹ ਪੂਰੇ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਉਹਨਾਂ ਦੇ ਆਧਾਰਿਤ ਹੈਗਾ ਆ। ਤੇ ਸੋਸ਼ਲ ਮੀਡੀਆ ਤੇ ਜਾ ਕੇ ਇਹ ਕੀ ਕਰੂਗਾ ਕਿ ਮਤਲਬ ਜ਼ਿਆਦਾ ਤਾਂ ਕੁਝ ਨਹੀਂ ਕਰ ਸਕਦਾ ਹੈਗਾ। ਤਾਂ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਗੱਲ ਇਹ ਵੀ ਹੈ ਕਿ ਇਹਦਾ ਜੇ ਬਹੁਤ ਸਾਰੇ ਲੋਕ ਆਇਡੈਂਟੀਫਾਈਡ ਵੀ ਨਹੀਂ ਕੀਤੇ ਗਏ ਇਸ ਕੇਸ ਦੇ ਵਿੱਚ, ਹਜੇ ਤੱਕ ਜਿਹੜੇ ਅਣਪਛਾਤੇ ਹੀ ਆ। ਤੇ ਅਗਰ ਦੀਪ ਸਿੱਧੂ ਨੂੰ ਜ਼ਮਾਨਤ ਨਹੀਂ ਦਿੱਤੀ ਜਾਂਦੀ, ਤਾਂ ਉਹਦੇ ਜਿਹੜੇ ਫੰਡਾਮੈਂਟਲ ਰਾਈਟਸ ਆ, ਰਾਈਟ ਟੂ ਲਾਈਫ ਐਂਡ ਲਿਬਰਟੀ, ਉਹਨੂੰ ਵਾਇਲੇਟ ਕਰਨ ਵਰਗਾ ਹੋਊਗਾ। ਤਾਂ ਇਹਨਾਂ ਆਧਾਰਾਂ ਤੇ ਜਿਹੜੀ ਇਸ ਕੋਰਟ ਨੇ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਸੀ। ਤੇ ਬਾਕੀ ਕੰਡੀਸ਼ਨਸ ਵੀ ਰੱਖੀਆਂ, ਜਿਹੜੀਆਂ ਬੇਲ ਦੀਆਂ ਕੰਡੀਸ਼ਨਾਂ 30,000 ਰੁਪਏ ਦੇ ਆ, ਬੇਲ ਬੌਂਡ ਭਰਵਾਇਆ, 2 ਸਿਓਰਟੀ ਲਏ। ਉਸ ਤੋਂ ਬਾਅਦ ਕਿਹਾ ਕਿ ਤੁਸੀਂ ਜਿਹੜਾ ਆਪਣਾ ਫੋਨ ਦੀ ਲੋਕੇਸ਼ਨ ਆ ਔਨ ਕਰਕੇ ਰੱਖਣੀ ਆ, ਪਹਿਲੇ ਤੇ 15ਵੇਂ ਦਿਨ ਜਿਹੜਾ ਆ ਤੁਸੀਂ ਇਨਵੈਸਟੀਗੇਸ਼ਨ ਆਫੀਸਰ ਨੂੰ ਦੱਸਣਾ ਵੀ ਮੈਂ ਕਿਹੜੀ ਜਗ੍ਹਾ ਆ, ਪਾਸਪੋਰਟ ਜਮ੍ਹਾਂ ਕਰਵਾਉਣਾ ਆ। ਤੇ ਬਟ ਉਸ ਤੋਂ ਬਾਅਦ ਜਿਹੜਾ ਆ ਪੁਲਿਸ ਨੇ ਫਿਰ ਉਹਨਾਂ ਨੂੰ ਜਿਹੜਾ FIR ਨੰਬਰ 98 ਹੈਗਾ ਆ 2021, ਉਹ ਕੇਸ ਦੇ ਵਿੱਚ ਉਹਨਾਂ ਨੂੰ ਅਰੈਸਟ ਕਰ ਲਿਆ। ਉਹਦੇ ਵਿੱਚ ਇਹੀ ਆ ਕਿ ਜਿਹੜਾ ਭਾਰਤੀ ਪੁਰਾਤਤਵ ਐਕਟ ਆ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜਾ ਇਹ ਆ ਸਾਡੀ ਜਿਹੜੀ ਬਿਲਡਿੰਗ ਆ ਲਾਲ ਕਿਲ੍ਹਾ ਆ, ਉਹ ਯੂਨੈਸਕੋ ਦੀ ਵਰਲਡ ਹੈਰੀਟੇਜ ਆ, ਉੱਥੇ ਜਾ ਕੇ ਇਹਨਾਂ ਨੇ ਜੀ ਤੋੜ ਫੋੜ ਕੀਤੀ ਆ। ਤੇ ਉਹ ਕੇਸ ਦੇ ਵਿੱਚ ਆ ਕਿ ਉੱਥੇ ਜਿਹੜਾ ਇਹਨਾਂ ਨੇ ਭੰਨ ਤੋੜ ਕੀਤੀ ਆ, ਮਤਲਬ ਤੇ ਉਹਦੇ ਵਿੱਚ ਇਹਨਾਂ ਨੇ ਕਾਫੀ ਕੁਝ ਲਿਖਿਆ ਆ, ਤੇ ਉਹ ਗੱਲਾਂ ਇਹਨਾਂ ਨੇ ਲਾਈਆਂ ਆ। ਬਟ ਹਾਂ, ਮਤਲਬ ਇਹ ਤਰੀਕਾ ਹੀ ਆ, ਟੈਕਟਿਕ ਇਹ ਆ ਕਿ ਮਤਲਬ ਉਹਨੂੰ ਜਾਣਬੁੱਝ ਕੇ ਅੰਦਰ ਰੱਖਣ ਦਾ, ਕਿ ਉਹਨੂੰ ਡਿਲੇ ਕਰ ਦੋ। ਇੱਕ ਮੈਂ, ਕਿਉਂਕਿ ਕਈ ਲੋਕਾਂ ਵਿੱਚ ਡਿਫਰੈਂਸ ਹੈਗੇ ਆ, ਦੀਪ ਬਾਰੇ ਡਿਫਰੈਂਸ ਹੈਗੇ ਆ ਕਈ। ਮੈਂ ਦੀਪ ਸਿੰਘ ਨੂੰ ਕਹਿੰਦਾ ਵੀ ਚੰਗਾ ਜਾਂ ਮਾੜਾ, ਇੱਕ ਬੰਦਾ ਆ ਜਿਹੜੀ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਆ। ਜੇ ਮੈਂ ਬਾੜ ਦਿੱਤਾ, ਮੈਂ ਵੀ ਚਾਹੁੰਦਾ ਮੇਰੀ ਵੀ ਕੋਈ ਹਿਊਮਨ ਰਾਈਟਸ ਦੀ ਗੱਲ ਕਰੇ। ਡਸਨਟ ਮੀਨ ਕਿ ਮੈਨੂੰ ਸਪੋਰਟ ਕਰੂਗਾ ਕੋਈ, ਜਿਹੜਾ ਹਿਊਮਨ ਰਾਈਟਸ ਦੀ ਗੱਲ ਕਰਨੀ ਹੁੰਦੀ ਆ ਉਹ ਯੂਨੀਵਰਸਲ। ਅੱਛਾ, ਜਿਹਦੇ ਵਿੱਚ ਆਉਂਦਾ ਵੀ ਮੈਂ ਕਿੰਨੀ ਵਾਰੀ ਕੁਐਸਚਨ ਪੁੱਛਿਆ, ਮੈਨੂੰ ਕੋਈ ਜਵਾਬ ਨਹੀਂ ਚੰਗੀ ਤਰ੍ਹਾਂ ਮਿਲਿਆ ਵੀ ਉਹਦੀ ਕ੍ਰਾਈਮ ਐਕਚੁਅਲੀ ਕੀ ਆ। ਮੈਂ ਵੀਡੀਓ 'ਚ ਦੇਖਿਆ, ਵੀਡੀਓ ਜਿਹੜੀ ਉਹਨੇ ਲਾਲ ਕਿਲ੍ਹੇ ਤੇ ਉਹਨੇ ਵੀਡੀਓ ਬਣਾਈ ਆਪਣੀ, ਦੇਖ ਵੀ ਉੱਥੇ ਪਹੁੰਚਿਆ ਆ,
ਰਾਈਟ। ਜੀ 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 ਪਰ ਉੱਥੇ ਕਿੰਨੇ ਬੰਦੇ, ਜੀ ਹਜ਼ਾਰਾਂ ਤੋਂ ਹਜ਼ਾਰ ਬੰਦੇ ਪਹੁੰਚੇ ਸੀਗੇ, ਪਰ ਉਹਦੀ ਕ੍ਰਾਈਮ, ਐਕਚੁਅਲ ਕ੍ਰਾਈਮ ਕੀ ਹੈ? ਜਦੋਂ ਮੈਂ ਪੁੱਛਦਾ, ਮੈਨੂੰ ਵੱਡੇ ਵੱਡੇ ਲੇਖ ਲਿਖ ਕੇ ਭੇਜ ਦਿੰਦੇ ਵੀ ਉਹਨੇ ਉਹ ਆਪੇ ਇੱਧਰ ਗਿਆ, ਉਹ ਇੱਧਰ ਨਹੀਂ ਜਾਣਾ ਚਾਹੀਦਾ, ਪਰ ਉਹ ਕ੍ਰਿਮੀਨਲ ਲੋ ਨਹੀਂ ਸੀਗਾ ਬ੍ਰੇਕ ਕੀਤਾ। ਪਰ ਕਿਹੜਾ ਕ੍ਰਿਮੀਨਲ ਲੋ ਬ੍ਰੇਕ ਕੀਤਾ ਐਕਚੁਅਲ, ਵਿਚ ਐਕਚੁਅਲ ਕ੍ਰਿਮੀਨਲ ਲੋ ਕੀਤਾ, ਲੋ ਕਾਨੂੰਨ ਬ੍ਰੇਕ ਕੀਤਾ? ਹਾਂਜੀ, ਜਿਹੜੀ ਸਰਕਾਰ ਆ, ਆਪਾਂ ਨਹੀਂ ਕਹਿ ਸਕਦੇ ਕੀ ਕੀਤਾ ਜਾਂ ਕੀ ਨਹੀਂ ਕੀਤਾ, ਬਟ ਜਿਹੜੀ ਉਹਨਾਂ ਨੇ FIR ਆ, ਪੁਲਿਸ ਨੇ ਜਾਂ ਕਿਸੇ ਨੂੰ ਬੁੱਕ ਕਰਨਾ ਤਾਂ ਕਿਸੇ ਦੇ ਚਾਰਜ ਲਾਣਾ, ਤਾਂ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹਨੇ ਇਨਸਟੀਗੇਟ ਕੀਤਾ ਆ ਅਨਲawful ਅਸੈਂਬਲੀ ਨੂੰ, ਲੋਕਾਂ ਨੂੰ ਭੜਕਾਇਆ, ਤੇ ਉਹਨਾਂ ਦਾ ਫਿਕਸ਼ਨਲ ਵੀ ਹੁੰਦਾ ਆ। ਤੇ ਸਰਕਾਰਾਂ ਇਦਾਂ ਦੇ ਪੁਲਿਸ ਨੇ ਜਾਂ ਕਿਸੇ ਨੂੰ ਟਾਰਗੇਟ ਕਰਨਾ ਆ, ਉਹਨਾਂ ਦੀ ਕੋਈ ਪਾਲਿਸੀ ਆ ਤਾਂ ਉਹ ਕਰ ਵੀ ਲੈਂਦੇ ਆ। ਉਹਨਾਂ ਨੇ ਕੁਝ ਵੀ ਸਟੋਰੀਆਂ ਕ੍ਰੀਏਟ ਕਰ ਲੈਣਗੇ। ਇੰਡੀਆ ਦੇ ਵਿੱਚ ਤਾਂ ਬਹੁਤ ਜਿਹੜਾ ਆ ਬਹੁਤ ਆਮ ਕੰਮ ਆ। ਆਇਆ ਭੜਕਾਇਆ, ਜੀ 26 ਜਨਵਰੀ ਪਹਿਲਾਂ ਸਟੇਜਾਂ ਦੇ ਉੱਪਰ ਭੜਕਾਵਾ ਹੁੰਦੀ ਸੀਗੀ, ਕਹਿੰਦੇ ਲੀਡਰ ਨੇ ਲੋਕ ਭੜਕਾਏ ਆ, ਭਈ ਲਾਲ ਕਿਲੇ ਜਾਵਾਂਗੇ, ਹਿੱਕ ਤੇ ਟਰੈਕ 'ਚ ਚੜਾਵਾਂਗੇ, ਆਹ ਕਰਾਂਗੇ, ਸੋ ਸਾਰੇ ਨੂੰ ਅਰੈਸਟ ਕਰ ਕੀਤਾ ਨਹੀਂਗਾ। ਜਿਹੜਾ ਫਸ ਗਿਆ ਜੀ ਬਸ ਉਹੀ ਇਹਦਾ ਇਦਾਂ ਹੀ ਹੁਣ ਪੁਲਿਸ ਦੇ ਹੱਥ ਜਿਹੜਾ ਆਈ ਡੋਨਟ ਅੰਡਰਸਟੈਂਡ ਪਏ ਕਹਿੰਦੇ ਅਸੀਂ ਬੇਲ ਆ, ਬੇਲ ਨਹੀਂ, ਬਿਲਕੁਲ ਰਿਹਾਈ ਹੋਣਾ ਚਾਹੀਦਾ, ਕਿਉਂਕਿ ਕੋਈ ਕ੍ਰਿਮੀਨਲ ਤਾਂ ਕੀਤਾ ਹੀ ਨਹੀਂ, ਕੋਈ ਬ੍ਰੇਕ ਜਾ ਕੇ ਇਹਨੂੰ ਮਾਰਿਆ, ਗੋਲੀ ਚਲਾਈ, ਪਟਾਕਾ ਚਲਾਇਆ, ਕਿਸੇ ਥੱਪੜ ਮਾਰ, ਇਸ ਨਨ ਆਫ ਕੋਈ ਨਹੀਂ ਸੀਗਾ। ਸੋ ਇਹਦੇ ਵਿੱਚ ਜਾਂ ਕਈ ਵਾਰੀ ਅਸੀਂ ਬੰਦੇ ਨੂੰ ਲਾਈਕ ਨਹੀਂ ਕਰਦੇ, ਠੀਕ ਆ, ਜੇ ਅਸੀਂ ਨਹੀਂ, ਜੇ ਮੈਂ ਤੁਹਾਨੂੰ ਨਹੀਂ ਲਾਈਕ ਕਰਦਾ, ਪਸੰਦ ਕਰਦਾ, ਮੈਂ ਤੁਹਾਡੀ ਪਾਲਿਸੀ ਲਾਈਕ, ਇਹਦਾ ਮਤਲਬ ਇਹ ਨਹੀਂ ਵੀ ਜੇ ਤੁਹਾਡੇ ਉੱਪਰ ਕੋਈ ਕਹਿਰ ਕਰੇ, ਤੁਹਾਡੀ ਕੋਈ ਹਿਊਮਨ ਰਾਈਟਸ ਦਾ ਕੋਈ ਕਾਨੂੰਨ ਤੋੜੇ, ਤੁਹਾਨੂੰ ਕੁੱਟਮਾਰ ਕਰੇ, ਐਵੇਂ ਬੰਦ ਕਰ ਦੇਵੇ, ਅਸੀਂ ਚੁੱਪ ਰਹੀਏ। ਸਾਨੂੰ ਇਹ ਇੱਕ ਸਾਨੂੰ ਇਹ ਫਰਕ ਦੇਖਣਾ ਪੈਣਾ ਪਈ, ਇੱਕ ਹੁੰਦੀ ਆ ਕਿਸੇ ਨੂੰ ਪਸੰਦ ਨਹੀਂ ਕਰਦੇ, ਦੂਜਾ ਇੱਕ ਹਿਊਮਨ ਰਾਈਟਸ ਜਿਹੜੀ ਪਈ ਗੱਲ ਆ ਪਈ, ਉਹਨਾਂ ਦੇ ਇੱਕ ਹਿਊਮਨ ਰਾਈਟਸ ਹੁੰਦੇ, ਸਾਡੇ ਦੁਸ਼ਮਣਾਂ ਦੇ ਹਿਊਮਨ ਰਾਈਟਸ ਹੁੰਦੇ ਆ ਜੀ। ਹਾਂ, ਉਹੀ ਤਾਂ ਗੱਲ ਆ ਨਾ ਕਿ ਹਿਊਮਨ ਰਾਈਟਸ ਦੇ ਵਿੱਚ ਕੋਈ ਮੇਰੇ ਨਾਲ ਬੰਦਾ ਡਿਸਐਗਰੀ ਵੀ ਕਰਦਾ, ਉਹਦੀ ਅਲੱਗ ਕੰਪਲੀਟਲੀ ਆਈਡੀਓਲੋਜੀ ਆ, ਮੈਂ ਉਹਦੇ ਵੀ ਜਿਹੜੇ ਮਨੁੱਖੀ ਅਧਿਕਾਰਾਂ ਦਾ ਉਹਦਾ ਸਪੋਰਟ ਕਰੂੰਗਾ। ਕਿਸੇ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਬੇਸਿਕਲੀ ਗੱਲ ਤਾਂ ਇਹ ਆ। ਬਟ ਅਗਰ ਆਪਾਂ ਕਹਿੰਦੇ ਕਿ ਜਿਹੜਾ ਸਾਡਾ ਪੋਲੀਟੀਕਲ ਓਪੋਨੈਂਟ ਆ ਤੇ ਉਹਨੂੰ ਚੱਕ ਕੇ ਉਹਨੂੰ ਜੇਲ੍ਹ 'ਚ ਸਿੱਟ ਦੇਵੇ ਸਰਕਾਰ, ਉਹਨੂੰ ਫਾਂਸੀ ਚੜਾ ਦੇਣ, ਉਹਨੂੰ ਉਮਰ ਕੈਦ ਹੋ ਜਾਵੇ, ਤਾਂ ਉਹ ਫਿਰ ਕਿਤੇ ਨਾ ਕਿਤੇ ਆਪਾਂ ਹਿਊਮਨ ਰਾਈਟਸ ਦੀ ਗੱਲ ਨਹੀਂ ਕਰਦੇ। ਇਹਦਾ ਮਤਲਬ ਕਿ ਅਸੀਂ ਆਪਣੀ ਆਈਡੀਓਲੋਜੀ ਦੇ ਨਾਲ ਜ਼ਿਆਦਾ ਪਿਆਰ ਕਰਦੇ ਹਾਂ, ਸਾਡਾ ਹਿਊਮਨ ਰਾਈਟਸ ਦੇ ਨਾਲ ਕੋਈ ਲੈਣਾ ਦੇਣਾ ਹੈ ਨਹੀਂਗਾ। ਤੇ ਕੱਲ ਵੀ ਜਦੋਂ ਅਸੀਂ ਟਵਿੱਟਰ ਤੇ ਪੋਸਟ ਕੀਤਾ ਕਿ ਮੈਂ ਪਹਿਲਾਂ ਕੀਤਾ ਕਿ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਗਈ ਥੋੜੇ ਦਿਨ ਪਹਿਲਾਂ, ਤੇ ਬਹੁਤ ਸਾਰੇ ਲੋਕ ਆ ਗਏ ਕਿ ਦੀਪ ਸਿੱਧੂ ਨੂੰ ਤਾਂ ਜ਼ਮਾਨਤ ਮਿਲ ਗਈ, ਉਮਰ ਖਾਲਿਦ ਨੂੰ ਕਿਉਂ ਨਹੀਂ ਮਿਲੀ ਹੈਗੀ। ਤੇ ਮੈਂ ਕਿਹਾ ਕਿ ਉਮਰ ਖਾਲਿਦ ਅਤੇ ਦੀਪ ਸਿੱਧੂ, ਚਲੋ ਉਹ ਦੋਨੇ ਮਾਈਨੋਰਿਟੀ ਕਮਿਊਨਿਟੀ ਤੋਂ ਆ, ਤੇ ਤੁਸੀਂ ਦੋਨਾਂ ਨੂੰ ਇੱਕ ਦੂਜੇ ਦੇ ਖਿਲਾਫ ਟਰਨ ਨਹੀਂ ਨਾ ਕਰ ਸਕਦੇ। ਉਮਰ ਖਾਲਿਦ ਨੂੰ ਵੀ ਜ਼ਮਾਨਤ ਮਿਲਣੀ ਚਾਹੀਦੀ ਆ, ਉਹਨੂੰ ਇੱਕ ਕੇਸ ਦੇ ਵਿੱਚ ਮਿਲੀ ਵੀ ਆ, ਬਟ ਫਿਰ ਵੀ ਉਹਦੇ UAP ਲੱਗਿਆ, ਉਹ ਹਾਲੇ ਵੀ ਜੇਲ੍ਹ ਦੇ ਵਿੱਚ ਆ, ਤੇ ਦੀਪ ਸਿੱਧੂ ਵੀ ਹੈਗਾ ਆ। ਤੇ ਦੋਨਾਂ ਨੂੰ ਜਿਹੜਾ ਆ, ਉਹ ਸਾਰੇ ਜਿਹੜੇ ਲੋਕ ਆ, ਜਿਹੜੇ ਵੀ ਆਮ ਲੋਕ ਆ, ਜਿਨ੍ਹਾਂ ਦੇ ਨਾਲ ਧੱਕੇ ਨਾਲ ਜਿਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਸਿੱਟੇ ਆ, ਉਹ ਸਾਰੇ ਲੋਕ ਆ ਜਿਹੜੇ ਬਾਹਰ ਆਣੇ ਚਾਹੀਦੇ ਆ। UAP ਵਰਗੇ ਕਾਨੂੰਨ ਰੱਦ ਹੋਣੇ ਚਾਹੀਦੇ ਆ, ਤੇ ਕਿਉਂਕਿ ਇਹ ਸਾਰੇ ਲੋਕਾਂ ਨੂੰ ਬੇਸਿਕਲੀ ਮੋਸਟਲੀ ਇਹ ਜਿਹੜਾ ਟਾਰਗੇਟ ਕਰਨ ਦਾ ਇੱਕ ਟੂਲ ਆ। ਚਾਹੇ ਉਮਰ ਖਾਲਿਦ ਲਿਬਰਲ ਹੈਗਾ ਆ, ਆਪਣੀ ਆਈਡੀਓਲੋਜੀ ਮੇਰੀ ਤਾਂ ਹੈ ਨਹੀਂ ਗੀ ਉਹ, ਜਾਂ ਕੋਈ ਵੀ ਹੈਗੇ ਆ ਜਿਹੜੇ ਕਿ ਹੀਮਾ ਕੋਰੇਗਾ ਇਨਸੀਡੈਂਟ ਦੇ ਵਿੱਚ ਬਹੁਤ ਸਾਰੇ ਇੰਟੈਲੈਕਚੁਅਲ ਨੂੰ ਚੁੱਕਿਆ, ਤੇ ਸਾਰਿਆਂ ਨੂੰ ਜਿਹੜਾ ਆ ਛਡਾਇਆ ਜਾਣਾ ਚਾਹੀਦਾ। ਇਹ ਨਹੀਂ ਹੈਗਾ ਕਿ ਆਪਾਂ ਇੱਕ ਦੂਜੇ ਦੇ ਲਈ, ਵਿਅਕਤੀ ਲਈ ਹੋਰ ਸਟੈਂਡਰਡ ਹੋਵੇ ਸਾਡਾ, ਇੱਕ ਬੰਦੇ ਦੀ ਅਸੀਂ ਫੋਟੋ ਲਾ ਕੇ ਕਹੀਏ ਕਿ ਇਹਨਾਂ ਨੂੰ ਛੱਡੋ, ਦੂਜੇ ਬੰਦਿਆਂ ਨੂੰ ਆਪਾਂ ਕਹੀਏ ਕਿ ਇਹ ਸਾਡਾ ਪੋਲੀਟੀਕਲੀ ਸਾਡਾ ਓਪੋਨੈਂਟ ਆ, ਇਹਨੂੰ ਚੱਕ ਕੇ ਜੇਲ੍ਹ 'ਚ ਸਿੱਟੋ। ਤੇ ਉਹ ਜਿਹੜੀ ਇਹ ਚੀਜ਼ ਉਹ ਕਿਤੇ ਨਾ ਕਿਤੇ ਗਲਤ ਹੋ ਜਾਂਦੀ ਹੈ। ਤੁਸੀਂ ਪੰਜਾਬ ਦੇ ਵਿੱਚ ਵੀ ਦੇਖਿਆ ਹੋਣਾ ਕਿ ਪੰਜਾਬ ਦੇ ਕਈ ਏਰੀਏ ਇਦਾਂ ਦੇ ਆ ਜਿੱਥੇ ਹੀ ਜਦ ਇਲੈਕਸ਼ਨ ਦਾ ਸਰਕਾਰ ਬਦਲਦੀ ਆ ਤਾਂ ਦੂਜੀ ਪਾਰਟੀ ਦੇ ਲੋਕਾਂ ਦੇ ਖਿਲਾਫ ਕੇਸ ਦਰਜ ਹੋਣ ਲੱਗ ਜਾਂਦੇ। ਬਿਲਕੁਲ। ਤੇ ਇਹ ਮਾਝੇ ਏਰੀਏ ਦੇ ਵਿੱਚ ਇਦਾਂ ਹੁੰਦਾ ਹੈ, ਜਦ ਸਰਕਾਰ ਬਦਲਦੀ ਹੈ ਫਿਰ ਕਾਲੀਆਂ ਤੇ ਹੋ ਜਾਂਦੇ ਜਾਂ ਕਾਂਗਰਸੀ ਤੇ। ਉਹ ਸਾਰੀਆਂ ਚੀਜ਼ਾਂ ਗਲਤ, ਇਦਾਂ ਨਹੀਂ ਹੋਣਾ ਚਾਹੀਦਾ। ਤੇ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ ਵੀ ਜੇ ਉਹਨਾਂ ਨਾਲ ਧੱਕਾ ਹੋ ਰਿਹਾ ਤਾਂ ਉਹ ਜਿਹੜਾ ਸਾਰਾ ਕੁਝ ਨਹੀਂ ਹੋਣਾ ਚਾਹੀਦਾ, ਦਿਸ ਸ਼ੁੱਡ ਨਾਟ ਹੈਪਨ, ਬਟ ਇਹ ਜਿਹੜਾ ਕਰ ਰਿਹਾ ਇਹ ਉਹੀ ਆਪੇ ਸਿਸਟਮ ਹੀ ਇਦਾਂ ਦਾ ਬਣ ਗਿਆ ਕਿ ਅਸੀਂ ਚੁੱਪ ਰਹਿਣਾ, ਕਿਉਂਕਿ ਕਹਿਣਾ ਕੋਈ ਨਹੀਂ, ਬੰਦਾ ਸਾਡਾ ਦੁਸ਼ਮਣੀਆਂ ਅੰਦਰ ਵੜਤਾ, ਜਦੋਂ ਸਾਡੇ ਉੱਪਰ ਹੁੰਦਾ ਫੇਰ ਅਸੀਂ ਰੌਲਾ ਪਾਉਂਦੇ ਆ। ਸੋ ਇੱਕ ਹੋਰ ਸਵਾਲ ਤੁਹਾਡੇ ਲਈ, ਤੁਸੀਂ ਉੱਥੇ ਐਕਚੁਅਲੀ ਤੁਸੀਂ ਹੁੰਦੇ ਅੰਦੋਲਨ ਤੇ 26 ਜਨਵਰੀ ਮਗਰੋਂ, ਜਿਹੜਾ ਪਈ ਤੁਹਾਡਾ ਕੀ ਖਿਆਲ ਹੈ ਪਈ ਏਜ ਗਰੁੱਪ ਦਾ ਵੀ ਫਰਕ ਪਿਆ ਨੌਜਵਾਨਾਂ ਦਾ ਕਿ ਨਹੀਂ? ਨਹੀਂ, ਏਜ ਗਰੁੱਪ ਦੀ ਗੱਲ ਤਾਂ ਚਲੋ ਨਹੀਂ, ਬਟ ਨੌਜਵਾਨ ਤੁਸੀਂ ਕਦੇ ਵੀ ਕਿਤੇ ਜਾਓਗੇ ਕੋਈ ਪ੍ਰੋਟੈਸਟ ਹੋਣਾ ਜਾਂ ਨੌਜਵਾਨ ਸਭ ਤੋਂ ਅੱਗੇ ਹੁੰਦੇ ਆ, ਜੋਸ਼ ਜ਼ਿਆਦਾ ਹੁੰਦਾ ਆ। ਬਜ਼ੁਰਗ ਵੀ ਜਾਂਦੇ ਆ, ਨੌਜਵਾਨ ਵੀ ਜਾਂਦੇ ਆ, ਬਟ ਅਸੀਂ ਮੋਸਟਲੀ ਜਿਹੜੇ ਨੌਜਵਾਨ ਦੇ, ਕਿਉਂਕਿ ਜਦ ਸਵੇਰੇ 8 ਵਜੇ ਚੱਲੇ ਆ ਤੇ ਜਦ ਬੈਰੀਕੇਡ ਟੁੱਟੇ ਆ 10 10:30 ਦੀ ਗੱਲ ਆ, ਤੇ ਮੈਂ ਉੱਥੇ ਹੀ ਦਾ ਸੀ ਸਾਰਿਆਂ ਨਾਲੋਂ ਅੱਗੇ ਤੇ ਫਿਰ ਬਾਅਦ ਦੇ ਵਿੱਚ ਲਾਲ ਕਾਲੇ ਪੁੱਜੇ ਆ। ਤੇ ਜੋਸ਼ ਤਾਂ ਇਕੱਲੇ ਪੰਜਾਬੀ ਨਹੀਂ ਉੱਥੇ ਗਏ ਹੈਗੇ, ਇਹਨਾਂ ਨੂੰ ਲੱਗਦਾ ਕਿ ਸਿੱਖ ਗਏ ਆ ਜੀ, ਇਹ ਕਿ ਖਾਲਿਸਤਾਨ ਦੇ ਨਾਲ ਜੋੜ ਦਿੰਦੇ ਆ ਕਿ ਇਹ ਸਾਰੇ ਗਏ ਆ। ਉੱਥੇ ਹਰਿਆਣਵੀ ਵੀ ਆਏ ਆ, ਔਰ ਸਭ ਤੋਂ ਪਹਿਲਾਂ ਕਿ ਪੰਜਾਬ ਵਾਲੇ ਨਹੀਂ ਆਏ, ਸਭ ਤੋਂ ਪਹਿਲਾਂ ਸਿੰਘੂ ਬਾਰਡਰ ਤੋਂ ਨਹੀਂ ਆਏ ਪੰਜਾਬ ਹਰਿਆਣੇ ਵਾਲੇ, ਸਭ ਤੋਂ ਪਹਿਲਾਂ ਗਾਜ਼ੀਪੁਰ ਬਾਰਡਰ ਤੋਂ ਆਏ ਆ, UP ਵਾਲੀ ਸਾਈਡ ਤੋਂ ਆਏ ਆ, ਸਭ ਤੋਂ ਪਹਿਲਾਂ ਉਹ ਆਏ ਆ।
ਤੇ ਅਸੀਂ ਤਾਂ ਬਹੁਤ ਬਾਅਦ ਚੋਂ ਪਹੁੰਚੇ ਹਾਂ, ਅਸੀਂ ਉਹਨਾਂ ਤੋਂ। Yeah, yeah. ਗਾਜ਼ੀਪੁਰ ਵਾਲੇ ਪਹਿਲਾਂ ਹੀ ਉੱਥੇ ਸੀ। ਤੇ ਲਾਲ ਕਿਲੇ ਦੇ ਝੰਡਾ ਤੋਂ ਮਤਲਬ ਝੰਡਾ Okay. ਚੜ੍ਹਨ ਦੀ ਜੇ ਆਪਾਂ ਗੱਲ ਕਰੀਏ ਤੇ ਇਹ ਗੱਲਾਂ ਪਹਿਲਾਂ ਤੋਂ ਹੀ ਪੰਜਾਬ ਦੇ ਵਿੱਚ ਚੱਲ ਰਹੀਆਂ ਸੀ ਵੀ ਝੰਡਾ ਚੜਾਉਣਾ ਆ, ਤੇ ਇਹ ਨਹੀਂ ਪਤਾ ਤਾਂ ਵੀ ਚੜ ਜੂਗਾ। ਆਪਾਂ ਤਾਂ ਲੱਗੇ ਬੇਸਿਕਲੀ ਆਪਾਂ ਫੇਸ ਵੈਲਿਊ ਤੇ ਲੈ ਲਿਆ ਵੀ ਲੋਕ ਕਹਿ ਰਹੇ ਆ ਏਦਾਂ ਥੋੜੀ ਹੋ ਜਾਊਗਾ, ਬਟ ਉਹ ਝੰਡਾ ਸੱਚ ਤੇ ਹੀ ਚੜ ਗਿਆ। ਤੇ ਮਤਲਬ ਮੈਂ 12 ਜਨਵਰੀ ਦੀ ਪੀਸੀ ਵੀ ਕਵਰ ਕੀਤੀ ਸੀ। ਉਸ ਟਾਈਮ ਵੀ ਇੱਕ ਕਿਸਾਨ ਨੇਤਾ ਦਾ ਬਿਆਨ ਤਾਂ ਉਹ ਕਹਿੰਦਾ था ਕਿ ਅਸੀਂ ਕੋਈ ਝੰਡਾ ਚੜਾਉਣ ਦਾ ਸਾਡਾ ਲਾਲ ਕਿਲੇ ਦੇ ਪਲਾਨ ਨਹੀਂ ਤਾਂ ਉਹਨੂੰ ਡਿਨਾਈ ਕਿਉਂ ਕਰਨਾ ਪਿਆ, ਕਿਉਂਕਿ ਇਦਾਂ ਦੀਆਂ ਗੱਲਾਂ ਪਹਿਲਾਂ ਤੋਂ ਹੀ ਚੱਲੀਆਂ ਆ ਰਹੀਆਂ ਦੀਆਂ। ਉਹ ਰੈਂਡਮਲੀ ਲੋਕਾਂ ਦੇ ਵਿੱਚ ਉੱਥੇ ਜਿਹੜੀਆਂ ਚੀਜ਼ਾਂ ਹੋ ਗਈਆਂ। ਹਾਂ ਹੈ ਉਹੀ ਮੈਂ ਦੇਖ, ਕਿਉਂਕਿ ਹਰਿਆਣੇ ਵਾਲਿਆਂ ਨੇ ਵੀ ਇੱਕ ਬਹੁਤ ਵੱਡਾ ਰੋਲ ਜੀ ਹਰਿਆਣੇ ਵਾਲਿਆਂ ਨੇ ਤਾਂ ਹੁੱਕਾ ਵੀ ਪੀਤਾ ਉੱਥੇ ਜਾ ਕੇ। ਹਰਿਆਣੇ ਵਾਲਿਆਂ ਨੇ ਤਾਂ ਉੱਥੇ ਜਾ ਕੇ ਹਰਿਆਣਵੀ ਗੀਤ ਲਾ ਕੇ ਡਾਂਸ ਵੀ ਕੀਤਾ। ਉਹਦਾ ਵੀਡੀਓ ਮੈਂ ਖੁਦ ਰਿਕਾਰਡ ਕੀਤੀਆਂ। ਤੇ ਉਦੋਂ ਉੱਥੇ ਇੱਕ ਮਾਹੌਲ ਦਾ ਕਿ ਮਤਲਬ ਬਹੁਤ ਜ਼ਿਆਦਾ ਜੋਸ਼ ਦਾ ਮਾਹੌਲ था। ਲੋਕ ਮਤਲਬ ਉਹ એનર્ਜੀ ਮਤਲਬ ਵਨਸ ਇਨ ਅ ਸੈਂਚੁਰੀ ਮੂਵਮੈਂਟ ਸੀ। ਉਹ ਮੂਵਮੈਂਟ ਕਦੇ ਦੇਖਣ ਨੂੰ ਮਿਲਣੀ ਨਹੀਂ ਹੈਗੀ। ਤੇ ਉਸ ਦਿਨ ਜੇ ਕੁਝ ਕਰ ਜਾਂਦੇ, ਇਨਕੈਸ਼ ਕਰ ਜਾਂਦੇ ਕਿਸਾਨ ਨੇਤਾ, ਮਤਲਬ ਕੋਈ ਨੈਰੇਟਿਵ ਸੈੱਟ ਕਰ ਦਿੰਦੇ ਸਾਰੀਆਂ ਜਿਹੜੀਆਂ ਫਾਰਮਰ ਯੂਨੀਅਨਸ ਦੀਆਂ, ਲੋਕ ਤੇ ਆਪਣੇ, ਬਟ ਬਹੁਤ ਜ਼ਿਆਦਾ ਡਿਫੈਂਸਿਵ ਉਦੋਂ ਹੋ ਗਏ। ਤਾਂ ਉਹਦੇ ਕਰਕੇ ਕਿਤੇ ਨਾ ਕਿਤੇ ਨੈਸ਼ਨਲ ਮੀਡੀਆ ਨੇ ਨੈਰੇਟਿਵ ਬਿਲਡ ਕਰਤਾ, ਤੇ ਉਹਦੇ ਕਰਕੇ ਜਿਹੜਾ ਕੰਮ ਆਪਣੇ ਜਿਹੜਾ ਮੈਂ ਵੀ ਉਹ ਦੇਖਦਾ ਭਾਈ, ਜਦੋਂ 26 ਜਨਵਰੀ ਵਾਲੇ ਦੂਜੇ ਦਿਨ ਸਾਰੀਆਂ ਡਿਫੈਂਸਿਵ ਸੀਗੀਆਂ, ਸਾਰੇ ਭਾਈ ਟੋਟਲੀ ਡਿਸਓਨ ਕਰ ਦਿੱਤਾ ਸਾਰਿਆਂ ਨੂੰ ਜਿਹੜੇ ਭਾਈ ਉਧਰ ਗਏ। ਤੇ ਉਧਰੋਂ ਕਮਜ਼ੋਰੀ ਫਿਰ ਸ਼ੁਰੂ ਹੋ ਗਈ, ਕਿਉਂਕਿ ਗੌਰਮੈਂਟ ਲੱਗ ਗਿਆ ਪਤਾ ਭਾਈ ਤੇ ਆਪਣੀ ਬਾਹਰ ਕੱਢ ਦਿੱਤੇ ਆ, ਤੇ ਹੁਣ ਇਹ ਫੁੱਟ ਪੈ ਗਈ ਆ। ਸੋ ਫੁੱਟ ਦਾ ਨਤੀਜਾ ਨਿਕਲ ਰਿਹਾ, ਪਰ ਇਨ ਡਿਸੀਜਨ ਲੈਣੀ ਪੈਣੀ ਆ ਜਿਹੜੇ ਭਾਈ ਮੋਹਰੇ ਹੋ ਕੇ। ਦੇਖੋ ਕਿੰਨੇ ਕਿਸਾਨ ਹੁਣ ਇੱਥੇ ਸ਼ਹੀਦ ਹੋ ਗਏ। 350 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਜਿਹੜੀ ਹਲੇ ਤੱਕ ਹੋ ਗਈ ਆ, ਤੇ ਉਹ ਨੰਬਰ ਅੰਕੜੇ ਵੱਧਦੇ ਹੀ ਰਹਿਣਗੇ। ਜਿੱਦਾਂ ਅੱਜ ਫਿਰ ਇੱਕ ਮੌਲ ਟਿਕਰੀ ਤੋਂ ਜਿਹੜੀ ਮੌਤ ਹੋਣ ਦੀ ਖਬਰ ਆ ਰਹੀ ਆ, ਤੇ ਮਤਲਬ ਇਹਦਾ ਹਾਰਟ ਅਟੈਕ ਦੇ ਨਾਲ, ਤੇ ਉਹਦਾ ਚੱਲੇ ਹੀ ਜਾਣਾ। ਹੁਣ ਜਦੋਂ ਤੱਕ ਤੁਸੀਂ ਬੈਠੇ ਆ ਤਾਂ ਮਤਲਬ ਮੌਤਾਂ ਤਾਂ ਹੁੰਦੀਆਂ ਹੀ ਰਹਿਣੀਆਂ ਹੁਣ। ਤੇ ਚਲੋ ਜਿਹੜਾ ਸ਼ਹੀਦਾਂ ਦਾ ਨੰਬਰ ਵੱਧ ਰਿਹਾ, ਬਟ ਸਰਕਾਰ ਨੂੰ ਕੋਈ ਸ਼ਰਮ ਨਹੀਂ ਹੈਗੀ। ਤੇ ਹਲੇ ਤੱਕ ਸਰਕਾਰ ਤਾਂ ਮਤਲਬ ਇਹ ਸਰਕਾਰ ਮੀਨ ਸਰਕਾਰ ਜਿਹਨੂੰ ਕਹਿੰਦੇ ਆ ਉਹ ਸਰਕਾਰ, ਤੇ ਇਹਨਾਂ ਨੂੰ ਕਦੇ ਕੋਈ ਫਰਕ ਨਹੀਂ ਪੈਂਦਾ। ਕੋਵਿਡ ਦੇ ਨਾਲ ਇੰਨੇ ਲੋਕ ਮਰ ਰਹੇ ਆ, ਤੇ ਬੰਗਾਲ ਦੇ ਵਿੱਚ ਵੀ ਕੋਵਿਡ ਦੇ ਜਿਹੜੇ ਨੰਬਰ ਆ ਉਹ ਵੱਧ ਰਹੇ ਆ, ਬਟ ਇਹ ਆਪਣੀਆਂ ਇਲੈਕਸ਼ਨ ਰੈਲੀਜ਼ ਨਹੀਂ ਰੱਦ ਕਰ ਰਹੇ। ਤੇ ਨਰਿੰਦਰ ਮੋਦੀ ਸਵੇਰ ਨੂੰ ਜਾ ਕੇ ਕਹਿੰਦਾ ਕਿ ਏਦਾਂ ਦੀ ਰੈਲੀ ਪਹਿਲਾਂ ਕਦੇ ਹੋਈ ਨਹੀਂ, ਬਹੁਤ ਭੀੜ ਆ। ਸ਼ਾਮ ਨੂੰ ਆ ਕੇ ਉਹ ਕਹਿ ਦਿੰਦਾ ਹੈ ਕਿ ਮੈਂ ਕੋਵਿਡ ਦੇ ਉੱਤੇ ਮੀਟਿੰਗ ਬੁਲਾਉਂਦਾ ਹੈ ਕਿ ਕੋਵਿਡ ਨੂੰ ਕਿੱਦਾਂ ਕੰਟਰੋਲ ਕਰਨਾ। ਉਹੀ ਮੈਂ ਕਹਿੰਦਾ ਨਾ, ਸਾਰੇ ਪਾਸੇ ਇਨਡਿਸੀਜਨ। ਗਵਰਨਮੈਂਟ ਐਕਚੁਅਲੀ ਇੰਨੀ ਤਕੜੀ ਨਹੀਂ ਗਈ। ਜੇ ਸਾਡੇ ਮੜੀ ਕਮਜ਼ੋਰੀ ਨਾ ਹੁੰਦੀ ਇੱਥੇ ਅੰਦੋਲਨ ਦੇ ਵਿੱਚ, ਬਈ ਲੀਡਰਸ਼ਿਪ ਮੋਰੇ ਪਈ ਡਿਸੀਜਨ, ਸਟਰੋਂਗ ਡਿਸੀਜਨ ਮੇਕਰ ਹੁੰਦੇ, ਗਵਰਨਮੈਂਟ ਇੰਨੀ ਤਕੜੀ ਨਹੀਂ ਗਈ। ਕਿ ਗਵਰਨਮੈਂਟ ਦੇ ਵਿੱਚ ਵੀ ਪ੍ਰੋਬਲਮ ਬਹੁਤ ਆ, ਬਟ ਅਸੀਂ ਉਹ ਆਈ ਥਿੰਕ ਵੀ ਮਿਸ ਦੀ ਓਪਰਚੁਨਿਟੀ ਵਿੱਚੋਂ। ਪਰ ਹੁਣ ਸਾਡੀ ਇਹ ਆ ਭਈ ਅਸੀਂ ਅੰਦੋਲਨ ਕਿੱਦਾਂ ਵੀ ਕਾਇਮ ਹੋ, ਕਿੱਦਾਂ ਵੀ ਕੰਪਲੀਟ ਹੋ ਸਕਦਾ। ਭਈ ਅਸੀਂ ਇਹ ਸਾਰਿਆਂ ਨੂੰ ਬੇਨਤੀ ਕਰਦੇ ਭਈ ਸਪੋਰਟ ਕਰੀ ਜਾਓ, ਤੇ ਲੀਡਰਸ਼ਿਪ ਨੂੰ ਸਾਡੀ ਅਪੀਲ ਆ ਭਈ ਤਕੜੇ ਰਹੋ, ਡਟ ਕੇ ਰਹੋ, ਪਰ ਐਕਸ਼ਨ ਪਲਾਨ ਜ਼ਰੂਰ ਏਦਾਂ ਦਾ ਐਕਸ਼ਨ ਪਲਾਨ ਹੋਣਾ ਚਾਹੀਦਾ ਜਿੱਥੇ ਗਵਰਨਮੈਂਟ ਕਨਵੀਨੀਅੰਸ ਹੋਵੇ। ਇਨਕਨਵੀਨੀਅੰਸ ਹੈ ਹੀ ਨਹੀਂ ਗੀ। ਸੋ ਦੇ ਨਾਟ ਗੋਇੰ ਬੀ ਬੋਦਰਡ। ਉਹ ਤਾਂ ਖੁਸ਼ ਹੈ ਆਪਣੇ ਘਰ ਬੈਠੇ ਇਹ ਕੰਡੀਸ਼ਨ ਵਿੱਚ, ਤੇ ਜਦ ਤੱਕ ਸਾਡੇ ਕਿਸਾਨ ਮੋਰੇ ਇੱਥੇ ਵਿਚਾਰੇ ਬੈਠੇ ਅੰਦੋਲਨ ਦੇ ਵਿੱਚ। ਤੋ ਇਹਦੇ ਵਿੱਚ ਅਸੀਂ ਇਹ ਕਹਿੰਦੇ ਆਪਣਾ ਖਿਆਲ ਰੱਖਿਓ ਸਾਰੇ ਪਾਸੇ। ਪਰ ਮੈਂ ਇਹ ਵੀ ਕਹਿੰਦਾ, ਜਦੋਂ ਤੁਸੀਂ ਇੱਥੇ ਹੁੰਦੇ, ਸਾਨੂੰ ਕਈ ਵਾਰੀ ਸੋਸ਼ਲ ਮੀਡੀਆ ਤੇ ਮੈਸੇਜ ਕਰਦੇ ਭਾਈ ਖਾਲਸਾ ਐਡ ਆਹ ਕਰੋ ਉਹ ਕਰੋ, ਸਾਨੂੰ ਈਮੇਲ ਭੇਜੇ ਕੋਈ, ਸਾਡੀ ਵੈਬਸਾਈਟ ਤੇ ਕੋਈ ਗਰੁੱਪ ਹੋਵੇ। ਇਹ ਨਹੀਂ ਭਾਈ ਕੋਈ ਨਾ ਕੋਈ ਜਾ ਕੇ ਲਿਖੀ ਜਾਵੇ ਭਾਈ ਖਾਲਸਾ ਨੂੰ ਆਹ ਸਾਨੂੰ ਚੀਜ਼ ਚਾਹੀਦੀ ਆ। ਕੋਈ ਗਰੁੱਪ ਜਾ ਕੇ ਮਿਲੋ, ਕੋਈ ਆਰਗੇਨਾਈਜੇਸ਼ਨ, ਕੋਈ ਜਥੇ ਨੂੰ ਜਾਂ ਰਜਿਸਟਰਡ ਚੈਰਿਟੀ ਨੂੰ ਸਾਨੂੰ ਕੋਈ ਈਮੇਲ ਭੇਜੋ ਭਾਈ ਸਾਨੂੰ ਆਹ ਲੋੜ ਆ ਉੱਥੇ ਅੰਦੋਲਨ ਤੇ, ਅਸੀਂ ਬਿਲਕੁਲ ਖੜੇ ਹਾਂ। ਦੱਸੋ ਜੇ ਕੋਈ ਰਜਿਸਟਰਡ ਚੈਰਿਟੀ ਸੇਵਾ ਕਰ ਰਹੀ ਉੱਥੇ, ਕੋਈ ਚੀਜ਼ ਦੀ ਲੋੜ ਆ, ਖਾਲਸਾ ਏ ਜਿਹੜੀ info@khalsa.org ਤੁਸੀਂ ਮੈਸੇਜ ਭੇਜੋ, ਅਸੀਂ ਜ਼ਰੂਰ ਮਦਦ ਕਰਾਂਗੇ। ਤੇ ਸੰਦੀਪ ਜੀ ਜੇ ਕੁਝ ਹੋਰ ਵੀ ਲੋੜ ਆ ਸਾਨੂੰ ਦੱਸਿਓ, ਅਸੀਂ ਡਟ ਕੇ ਸ਼ੋਰ। ਹਾਂਜੀ ਰਵੀ ਜੀ, ਆਪਾਂ ਪਹਿਲਾਂ ਸਭ ਤੋਂ ਐਂਡ ਦੇ ਉੱਤੇ ਆਪਾਂ ਉਹਨਾਂ ਨੂੰ ਯਾਦ ਕਰ ਲਈਏ ਕਿ ਆਪਣੀ ਸਿੱਖ ਕਮਿਊਨਿਟੀ ਦੇ 4 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਮਾਰ ਦਿੱਤਾ। ਤੇ ਕਿਤੇ ਵੀ ਉਹਨਾਂ ਦੀ ਇੱਕ ਆਇਡੈਂਟੀਟੀ, ਆਪਣੀ ਪਹਿਚਾਣ ਜੀ, ਹੈਲੋ, ਉਹਨਾਂ ਆਪਣੀ ਜਿਹੜੀ ਸਿੱਖਾਂ ਦੀ ਇੱਕ ਪਛਾਣ ਰੱਖਦੇ ਕਿ ਜਿੱਥੇ ਉਹ ਫੈਡੈਕਸ ਦੇ ਵਿੱਚ ਕੰਮ ਕਰ ਰਹੇ ਤਾਂ ਮੈਜੋਰਟੀ ਸਿੱਖ ਉੱਥੇ EMPLOYE ਤੇ, ਤਾਂ ਉਹਦੇ ਕਰਕੇ ਉਹਨਾਂ ਨੂੰ ਇੱਕ 19 ਸਾਲ ਦੇ 20 ਸਾਲ ਦੇ ਇੱਕ ਵਾਈਟ ਟੈਰਰਿਸਟ ਨੇ ਆ ਕੇ ਅਟੈਕ ਕੀਤਾ, ਤੇ ਉਹਨਾਂ ਨੂੰ ਆਇਡੈਂਟੀ ਦੇ ਆਧਾਰ ਤੇ ਕਿਸੇ ਤਰ੍ਹਾਂ ਟਾਰਗੇਟ ਕੀਤਾ ਗਿਆ ਆ। ਤੇ ਕਿਤੇ ਵੀ ਆਪਾਂ ਮਤਲਬ ਕੋਈ ਵੀ ਸਿੱਖ ਹੋਵੇ, ਚਾਹੇ ਕਿਤੇ ਦੁਨੀਆ ਦੇ ਵਿੱਚ ਉਹ ਕਾਮਯਾਬ ਹੋਵੇ, ਆਪਣੇ ਨਾਲ ਸਰਨੇਮ ਉਹਨਾਂ ਦਾ ਸ਼ੇਅਰ ਹੁੰਦਾ, ਤੇ ਅਸੀਂ ਪੰਜਾਬ ਦੇ ਵਿੱਚ ਬੈਠੇ ਹਾਂ ਜਾਂ ਦਿੱਲੀ 'ਚ ਬੈਠੇ ਹਾਂ, ਆਪਾਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਡਾ ਬੰਦਾ ਸਕਸੈਸਫੁਲ ਹੋ ਗਿਆ। ਤੇ ਕਦੇ ਕਿਸੇ ਦੇ ਨਾਲ ਮਤਲਬ ਕੋਈ ਧੱਕਾ ਹੋਵੇ, ਕਿਸੇ ਨੂੰ ਮਾਰਿਆ ਜਾਵੇ, ਤਾਂ ਆਪਾਂ ਨੂੰ ਫਿਰ ਪੇਨ ਫੀਲ ਹੁੰਦਾ ਕਿ ਸਾਡੀ ਫੈਮਿਲੀ ਦਾ ਹੀ ਬੰਦਾ
ਕਿ ਮਤਲਬ ਉੱਥੇ ਇੱਕ ਅਟੈਕ ਹੋਇਆ ਤੇ ਮਤਲਬ ਉਹ ਸਾਰਾ ਦੁੱਖ ਹੈਗਾ ਆ ਤੇ ਉਹਦਾ ਕਾਫੀ ਮਤਲਬ ਜ਼ਿਆਦਾ ਜਿਹੜਾ ਪ੍ਰਭਾਵ ਹੋਇਆ 2-3 ਦਿਨ ਪਹਿਲਾਂ ਜਦੋਂ ਅਟੈਕ ਹੋਇਆ ਤੇ ਉਹਨਾਂ ਨੂੰ ਵੀ ਆਪਾਂ ਯਾਦ ਕਰ ਲਈਏ। ਹਾਂਜੀ ਹਾਂਜੀ, ਤੇ ਸਾਡੇ ਬਜ਼ੁਰਗ ਵੀ ਕਾਫੀ ਉੱਥੇ ਟਾਰਗੇਟ ਕੀਤੇ ਗਏ ਆ, ਬਹੁਤ ਹੀ ਦੁੱਖ ਲੱਗਾ ਦੇਖ ਕੇ। ਜੀ ਜੀ ਨੋ ਥੈਂਕ ਯੂ। ਜੇ ਅਸੀਂ ਕੁਝ ਹੋਰ ਕਰ ਸਕਦੇ ਦੱਸਿਓ, ਪਰ ਮੈਨੂੰ ਮੈਸੇਜ ਕਈ ਵਾਰੀ ਇੱਥੇ ਵਿੱਚ ਆ ਰਹੇ ਆ ਵੀ ਤੁਹਾਡੀ ਮੈਨੂੰ ਪੁੱਛ ਰਿਹਾ ਕੋਈ, ਮੈਂ ਮਗਰੋਂ ਗੱਲ ਕਰਦਾ, ਕੋਈ ਨਹੀਂ। ਤੁਸੀਂ ਤੁਹਾਡਾ ਬਹੁਤ ਥੈਂਕ ਯੂ ਸੰਦੀਪ। ਕੋਈ ਆਖਰੀ ਮੈਸੇਜ ਦੇਣਾ ਚਾਹੁੰਦੇ? ਹਾਂਜੀ, ਮੈਸੇਜ ਤਾਂ ਇਹੀ ਦਊਂਗਾ ਮੈਂ ਸਾਰਿਆਂ ਨੂੰ ਕਿ ਜਿਹੜੇ ਫਾਰਮਰ ਪ੍ਰੋਟੈਸਟ ਤੇ ਬੈਠੇ ਹੋਏ ਆ ਸਾਡੇ ਭਰਾ, ਕਿ ਮਤਲਬ ਮਾਸਕ ਪਾ ਕੇ ਰੱਖਿਆ ਕਰੋ, ਸੈਨੀਟਾਈਜ਼ਰ ਰੱਖਿਆ ਕਰੋ, ਕਿ ਮਤਲਬ ਆਪਾਂ ਨੂੰ ਵੈਸੇ ਮੈਂ ਗੱਲ ਵੀ ਕੀਤੀ ਹੈ ਤੇ ਸਾਰੇ ਕਹਿ ਰਹੇ ਕਿ ਅਸੀਂ ਮਾਸਕ ਵੀ ਪਾਵਾਂਗੇ, ਮੂੰਹ ਤੇ ਫੇਸ ਕਵਰ ਕਰਕੇ ਰੱਖੀਏ, ਸਾਫ ਸਫਾਈ ਰੱਖੀਏ ਆਪਾਂ, ਕਿਉਂਕਿ ਕੋਵਿਡ ਆ ਬਹੁਤ ਜ਼ਿਆਦਾ ਜਿਹੜਾ ਬਰੂਟਲ ਆ। ਬਟ ਇੱਕ ਗੱਲ ਹੋਰ ਵੀ ਹੈ ਕਿ ਮਤਲਬ ਜਿਵੇਂ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਕਰੋਨਾ ਆ, ਬਟ ਆਪਣੇ ਲੋਕਾਂ ਨੂੰ ਸਿੰਗੂ ਬਾਰਡਰ ਤੇ ਕੁਝ ਨਹੀਂ ਹੁੰਦਾ ਹੈਗਾ। ਮਤਲਬ ਜਾਂ ਤਾਂ ਫਿਰ ਅਸੀਂ ਖੇਤਾਂ 'ਚ ਕੰਮ ਕਰਦੇ, ਸਾਡੀ ਇਮਿਊਨਿਟੀ ਬਹੁਤ ਸਟਰੋਂਗ ਆ, ਅਸੀਂ ਮਤਲਬ ਪਹਿਲਾਂ ਹੀ ਇਦਾਂ ਦੀਆਂ ਚੀਜ਼ਾਂ, ਸਾਡੀ ਬੋਡੀ ਉਹ ਇੰਨੀ ਜ਼ਿਆਦਾ ਹੈਗੀ, ਉਹਦੇ 'ਚ ਇਮਿਊਨ ਪਾਵਰ ਇੰਨੀ ਹੈਗੀ, ਇਮਿਊਨਿਟੀ ਆ ਕਿ ਮਤਲਬ ਅਸੀਂ ਇਦਾਂ ਦੀਆਂ ਚੀਜ਼ਾਂ ਨਾਲ ਆਰਾਮ ਨਾਲ ਲੜ ਲੈਂਦੇ ਆ। ਤੇ ਸ਼ਹਿਰਾਂ ਵਾਲਿਆਂ ਦਾ ਇਮਿਊਨਿਟੀ ਪਾਵਰ ਜਿਹੜਾ ਕਮਜ਼ੋਰ ਹੋਊਗਾ, ਸਾਡੇ ਵਾਲਿਆਂ ਨੂੰ ਤਾਂ ਹਜੇ ਤੱਕ ਕੁਝ ਹੋ ਨਹੀਂ ਰਿਹਾ ਹੈਗਾ। ਬਿਲਕੁਲ ਠੀਕ ਆ, ਕਿਉਂਕਿ ਪ੍ਰੋਬਲਮ ਆਉਂਦੀ ਆ ਜੇ ਤੁਹਾਡੀ ਇਮਿਊਨਿਟੀ ਹਾਈ ਆ, ਪਰ ਜਦੋਂ ਤੁਸੀਂ ਵਾਪਸ ਜਾਓਗੇ, ਜੇ ਤੁਹਾਡੇ ਵਿੱਚ ਵਾਇਰਸ ਹੋਗੀ, ਤੁਸੀਂ ਜਿਹੜੇ ਕਮਜ਼ੋਰ ਬੰਦੇ ਜਾਂ ਪਿੱਛੇ ਪਿੰਡਾਂ 'ਚ ਹੋਗੇ, ਤੁਸੀਂ ਉਹਦੀ ਹੋਏ ਫੈਲਾਓਗੇ ਜਾ ਕੇ। ਸੋ ਇਟਸ ਵੈਰੀ ਇੰਪੋਰਟੈਂਟ ਭਾਈ ਤੁਸੀਂ ਮਾਸਕ ਪਾਵੋ, ਸੈਨੀਟਾਈਜ਼ਰ ਰੱਖੋ, ਇੱਕ ਦੂਜੇ ਦੀ ਜਿੰਨੀ ਕਰ ਸਕਦੇ ਉਨੀ ਘੱਟ ਆ, ਪਰ ਕੱਟ ਕੇ ਮੋਰੇ ਆਈ ਜਾਓ, ਰਾਈਟ? ਹਾਂਜੀ ਹਾਂਜੀ ਹਾਂਜੀ। ਤੇ ਰਵੀ ਜੀ, ਤੁਸੀਂ ਵੀ ਆਪਣੀ ਸਿਹਤ ਦਾ ਖਿਆਲ ਰੱਖਿਓ। ਮਤਲਬ ਆਈ ਹੋਪ ਯੂ ਫਾਈਂਡ ਏ ਕਿਡਨੀ ਡੋਨਰ ਸੂਨ, ਮਤਲਬ ਤੁਹਾਨੂੰ ਮਿਲ ਜਵੇ ਕਿਡਨੀ ਵਾਲਾ ਡੋਨਰ ਬਹੁਤ ਜਲਦੀ, ਔਰ ਤੁਸੀਂ ਫੇਰ ਇੱਕ ਤਰ੍ਹਾਂ ਸਿਹਤਮੰਦ ਹੋ ਕੇ ਇੱਥੇ ਪੰਜਾਬ 'ਚ ਆਓ। ਤੇ ਥੈਂਕ ਯੂ ਸੰਦੀਪ ਸਿੰਘ, ਥੈਂਕ ਯੂ ਜੀ, ਐਂਡ ਥੈਂਕ ਯੂ ਫॉर ਤੁਸੀਂ ਜੋ ਕਰ ਰਹੇ ਆ। ਤੇ ਜਦ ਇੱਥੇ ਹੈਗੀਆਂ ਸਾਡੀ ਟੀਮ ਇੰਡੀਆ ਇੱਥੇ ਹੈਗੀ ਆ, ਅਮਰਪ੍ਰੀਤ ਸਿੰਘ ਚੜ੍ਹਦੀ ਕਲਾ ਸੇਵਾ ਕਰ ਰਿਹਾ। ਜੇ ਕੋਈ ਲੋੜ ਆ ਜ਼ਰੂਰ ਦੱਸਿਓ ਤੇ ਤੁਹਾਨੂੰ ਫਿਰ ਜੁਆਇਨ ਕਰਾਂਗੇ। ਹਾਂਜੀ ਹਾਂਜੀ ਥੈਂਕ ਯੂ। ਥੈਂਕਸ ਰਵੀ, ਥੈਂਕਸ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ that was ਸੰਦੀਪ ਸਿੰਘ ਜਿਹੜੇ ਪਈ ਉੱਥੇ ਅੰਦੋਲਨ ਤੇ ਸ਼ੁਰੂ ਤੋਂ ਆ। ਤੇ ਮੇਰੀ ਜਿਹੜੀ ਹੈਲਥ ਦੀ ਕੁਐਸਚਨ ਆ ਰਹੇ ਆ, ਹਾਂਜੀ ਸਾਡੀ ਹੈਲਥ ਪਿਛਲੇ ਹਫਤੇ ਸਰਜਰੀ ਹੋ ਗਈ ਸੀਗੀ, ਹੁਣ ਟਾਂਕੇ ਲੱਗੇ ਹੋ ਆ 2-3 ਥਾਂ ਤੇ ਢਿੱਡ 'ਚ, ਤੇ ਠੀਕ ਹੋ ਰਿਹਾ ਹੌਲੀ ਹੌਲੀ। ਪਰ ਫਿਰ ਕਿਡਨੀ ਲੱਭ ਰਹੇ ਆ ਇਲਾਜ, ਤੇ ਸ਼ਾਇਦ 1-2 ਹਫ਼ਤੇ ਲੱਗ ਜੂ ਪਤਾ ਪਈ ਕਿੱਦਾਂ ਅਪੀਲ ਕਰਨੀ ਕਿਡਨੀ ਦੀ ਯੂਕੇ ਵਿੱਚ। ਪਹਿਲਾਂ ਜਿਹੜੇ ਯੂਕੇ 'ਚ ਮੋਹਰੇ ਆ ਰਹੇ ਸਾਡੇ ਪਈ ਕਿਡਨੀ ਡੋਨੇਸ਼ਨ ਲਈ, ਅਸੀਂ ਬਹੁਤ ਧੰਨਵਾਦੀ ਹਾਂ। ਉਹਨਾਂ ਨਾਲ ਗੱਲਬਾਤ ਚੱਲੂਗੀ, ਜੇ ਯੂਕੇ 'ਚ ਨਹੀਂ ਗੱਲ ਬਣੀ ਫਿਰ ਬਾਹਰ ਜਾ ਕੇ ਦੇਖਾਂਗੇ। ਸੋ ਦਾਸ ਦੀਆਂ ਕਿਡਨੀਆਂ ਬਿਲਕੁਲ ਡਾਊਨ ਨਹੀਂ ਆ, ਪਰ ਉਹ ਤਾਂ ਤੁਹਾਨੂੰ ਪਤਾ ਕੁਛ ਨਾ ਕੁਛ ਹੋਣਾ ਸੀਗਾ। 22 ਸਾਲ ਬਹੁਤ ਧੱਕਾਬਾਜ਼ੀ ਕੀਤੀ, ਸਪੈਸ਼ਲੀ ਪਹਿਲੇ 10 ਸਾਲ ਖਾਲਸਾ ਏਡ ਦੇ। ਬਾਹਰ ਅਫਰੀਕਾ ਜਾਣਾ, ਕਿਤੇ ਹੋਰ ਦੇਸ਼ਾਂ ਪ੍ਰਦੇਸ਼ਾਂ ਜਾਣਾ, ਖਾਣਾ ਵੀ ਨਹੀਂ ਕੁਛ, ਮਿਲਣਾ ਵੀ ਨਹੀਂ ਕੁਛ, ਚਾਕਲੇਟ ਖਾ ਜਾਣੀਆਂ, ਬਿਸਕੁਟ ਖਾ ਜਾਣੇ, ਸੋਣਾ ਨੀਗਾ। ਉਹ ਫਿਰ ਕੈਚਅਪ ਹੋ ਗਈ ਸਾਰੀ ਚੀਜ਼, ਹੁਣ ਲੱਗ ਗਿਆ ਪਤਾ ਬੋਡੀ ਨੂੰ ਵੀ। ਉਸ ਵੇਲੇ ਤਾਂ ਕਹਿਣਾ ਕੁਛ ਨਹੀਂ ਹੁੰਦਾ, ਉਸ ਵੇਲੇ ਤਾਂ ਨੌਜਵਾਨੀ ਕਲਵੇ ਜਵਾਨੀ ਹੁੰਦੀ ਸੀਗੀ ਭਾਈ, ਅਸੀਂ ਤਾਂ ਸਾਰੀ ਦੁਨੀਆ ਦੇ ਉਲਟ ਪੁਲਟ ਕਰ ਦੇਵਾਂਗੇ, ਸਾਡੇ ਸਰੀਰ ਨੂੰ ਕੁਛ ਨਹੀਂ ਹੋਣਾ। ਉਹ ਹੁਣ ਜਿਹੜੀ ਭਾਈ ਕਹਿ ਲਓ ਭਾਈ ਕਿਹੜਾ ਅੱਖਰ ਲੱਭ ਰਹੇ ਅਸੀਂ, ਬੇਪਰਵਾਹੀ ਜਿਹੜੀ ਕੀਤੀ ਆ ਖਾਣ ਪੀਣ ਦੀ, ਉਹ ਹੁਣ ਉਹਦੇ ਪ੍ਰਾਈਸ ਪੇ ਕਰ ਰਹੇ ਆ। ਸੋ ਉਹਦਾ ਕੋਈ ਫਰਕ ਨਹੀਂਗਾ, ਜੋ ਹੋਣਾ ਉਹ ਹੋਣਾ ਹੀ ਆ। ਭਾਈ ਤੁਹਾਡੇ ਪਿਆਰ ਦਾ ਧੰਨਵਾਦ। ਹਾਂ ਥੋੜੀ ਦਰਦ ਹੁੰਦੀ ਰਹਿੰਦੀ ਕਈ ਵਾਰੀ, ਕਿਉਂਕਿ ਸਰਜਰੀ ਹੋਈ ਆ, ਪਰ ਮਨ ਦੇ ਵਿੱਚ ਬਿਲਕੁਲ ਅਸੀਂ ਚੜ੍ਹਦੀ ਕਲਾ, ਫਿਕਰ ਨਾ ਕਰੋ। ਤੇ ਇਹ ਨਹੀਂ ਵੀ ਮੰਜੇ ਤੇ ਬਹਿ ਕੇ ਹੁਣ ਰੋਈ ਜਾਣਾ, ਜਦ ਤੱਕ ਬੈਟਰੀਆਂ ਹੈਗੀਆਂ ਵਿੱਚ ਚੱਲਣ ਦੀਆਂ ਚੱਲੀ ਜਾਵਾਂਗੇ ਅਸੀਂ। ਤੁਸੀਂ ਨਾਲ ਸਾਡਾ ਸਾਥ ਦੇਈ ਜਾਓ। ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ, ਪਿਆਰ ਦਾ, ਮੈਸੇਜ ਦਾ, ਸੁਨੇਹਾ ਦਾ, ਜਿੱਥੇ ਵੀ ਮਿਲੀ ਦਾ ਤੁਹਾਨੂੰ ਇੰਨਾ ਪਿਆਰ ਆ। ਸੋ ਤੁਹਾਡਾ ਬਹੁਤ ਧੰਨਵਾਦ। ਆਪਣਾ ਵੀ ਖਿਆਲ ਰੱਖਿਓ ਤੁਸੀਂ। ਹੁਣ ਇੰਡੀਆ ਦੇ ਵਿੱਚ ਕਾਫੀ ਫੈਲ ਰਹੀ ਬਿਮਾਰੀ ਜਿਹੜੀ ਆ ਵਾਇਰਸ, ਜਿਹੜੀ ਕਰੋਨਾ ਵਾਇਰਸ ਦੀ, ਤੁਸੀਂ ਦੁਨੀਆ 'ਚ ਨੰਬਰ 2 ਹੋ ਗਏ ਆ। ਤੁਸੀਂ ਪਲੀਜ਼ ਆਪਣਾ ਖਿਆਲ ਰੱਖਿਓ। ਆਪਣਾ ਨਹੀਂ, ਜਦੋਂ ਆਪਣਾ ਰੱਖੇ ਫਿਰ ਦੂਜਿਆਂ ਦਾ ਵੀ ਖਿਆਲ ਰੱਖੋਗੇ। ਜੇ ਬਾਹਰ ਘੁੰਮਦੇ ਫਿਰਦੇ ਆ, ਤੁਹਾਡੇ ਘਰ ਜੇ ਬਜ਼ੁਰਗ ਆ, ਤੁਸੀਂ ਵਾਪਸ ਆਓਗੇ, ਉਹ ਬਜ਼ੁਰਗਾਂ ਨੂੰ ਉਹ ਬਿਮਾਰੀ ਲੱਗ ਜਾਣੀ ਜੇ ਤੁਸੀਂ ਆਪਣੀ ਕੇਅਰ ਨਹੀਂ ਕੀਤੀ। ਮਾਸਕਾਂ ਦੀ, ਗਲੱਬਾਂ ਦੀ ਜੇ ਹੈਗੇ ਆ, ਸੈਨੀਟਾਈਜ਼ਰ ਹਰ ਵਾਰੀ ਪ੍ਰੈਕਟਿਸ ਕਰੋ। ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਆਪਣੇ ਨਾਲ ਦੇ ਜਿਹੜੇ ਘਰ ਦੇ ਉਹਨਾਂ ਨੂੰ ਪ੍ਰੋਟੈਕਟ ਕਰੋ। ਸੋ ਤੁਹਾਡਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।